ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ, ਆਪ ਸਾਰਿਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅਸੀਂ ਅੱਜ ਆਨੰਦ ਸਾਹਿਬ ਜੀ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਉਸ ਦੀ ਅਗਲੀ ਵਿਚਾਰ ਅਸੀਂ ਆਰੰਭ ਕਰਾਂਗੇ। 12 ਪੌੜੀਆਂ ਤੱਕ ਅਸੀਂ ਵਿਚਾਰਾਂ ਪਿਛਲੇ ਹਫ਼ਤੇ ਕਰ ਚੁੱਕੇ ਹਾਂ। तो ਅੱਜ 13ਵੀਂ ਪੌੜੀ ਸੁਰ ਨਰ ਮੋੰਜਨ ਅੰਮ੍ਰਿਤ ਖੋਜਦੇ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ ਤੋਂ ਇਹ ਵਿਚਾਰ ਆਰੰਭ ਹੋਏਗੀ। ਇਹ ਸੇਵਾ ਕਰ ਰਹੇ ਹਨ ਵੀਰ ਪ੍ਰਭ ਕੀਰਤਨ ਸਿੰਘ ਜੀ। ਮੈਂ ਵੀਰ ਪ੍ਰਭ ਕੀਰਤਨ ਸਿੰਘ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਵਿਚਾਰ ਆਰੰਭ ਕਰ। ਵੀਰ ਪ੍ਰਭ ਕੀਰਤਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਪਿਛਲੇ ਹਫ਼ਤੇ ਤੱਕ ਆਪਾਂ 12 ਪੌੜੀਆਂ ਦੀ ਵਿਚਾਰ ਕੀਤੀ ਸੀ। ਅੱਜ ਆਪਾਂ 13ਵੀਂ ਪੌੜੀ ਦੀ ਵਿਚਾਰ ਕਰਨੀ ਹੈ ਜੀ। ਆਓ ਵਿਚਾਰ ਸ਼ੁਰੂ ਕਰਨ ਤੋਂ ਪਹਿਲੇ ਇਸ ਪੌੜੀ ਦਾ ਇੱਕ ਵਾਰੀ ਪਾਠ ਕਰ ਲਈਏ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ। ਲਬ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹੈ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਗੁਰੂ ਪਿਆਰਿਓ, ਪਿਛਲੇ ਹਫ਼ਤੇ ਆਪਾਂ ਜਿਨ੍ਹਾਂ ਪੌੜੀਆਂ ਦੀ ਵਿਚਾਰ ਕੀਤੀ ਸੀ, ਇੱਕ ਦੋ ਪੰਕਤੀਆਂ ਦੇ ਵਿੱਚ, ਇੱਕ ਦੋ ਲਾਈਨਾਂ ਦੇ ਵਿੱਚ, ਬਹੁਤ ਸੰਖੇਪ ਦੇ ਵਿੱਚ ਆਪਾਂ ਉਹਦੇ ਨਾਲ ਇੱਕ ਵਾਰੀ ਫੇਰ ਯਾਦ ਕਰ ਲਈਏ ਤਾਂ ਕਿ ਸਾਡੀ ਲੜੀ ਜੁੜ ਜਾਵੇ। ਪਿਛਲੀ ਵਾਰੀ ਸਤਿਗੁਰੂ ਜੀ ਨੇ ਗੱਲ ਸ਼ੁਰੂ ਕੀਤੀ ਸੀ ਪਿਛਲੀਆਂ 3 ਪੌੜੀਆਂ ਵਿੱਚੋਂ। ਪਹਿਲੀ ਪੌੜੀ ਸੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਏ। ਭਾਵ ਇਹਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਸੀ ਕਿ ਜੇ ਕੋਈ ਚਤੁਰਾਈ ਚਲਾਕੀ ਦੇ ਨਾਲ, ਭਾਵ ਉੱਤੋਂ ਤਾਂ ਅਸੀਂ ਅਕਾਲ ਪੁਰਖ ਦੇ ਨਾਲ ਪ੍ਰੇਮ ਕਰੀ ਜਾਈਏ, ਗੁਰੂ ਦੀ ਸ਼ਰਨ ਦੇ ਵਿੱਚ ਗੁਰੂ ਦਾ ਉਪਦੇਸ਼ ਸੁਣੀ ਜਾਈਏ, ਗੁਰੂ ਦੇ ਉਪਦੇਸ਼ ਉੱਤੇ ਅਮਲ ਕਰਨ ਦਾ ਦਿਖਾਵਾ ਕਰੀ ਜਾਈਏ, ਪਰ ਮਨ ਦੇ ਵਿੱਚੋਂ ਸਾਡੇ ਉਹ ਅਵਸਥਾ ਨਾ, ਤਾਂ ਫਿਰ ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਚੰਚਲ ਮਨ, ਭਾਵ ਇੱਧਰ ਉੱਧਰ ਦੌੜਨ ਵਾਲੇ ਮਨ, ਤਾਂ ਫਿਰ ਉਸ ਆਨੰਦ ਦੀ ਪ੍ਰਾਪਤੀ ਕਦੇ ਨਹੀਂ ਹੋ ਸਕਦੀ। ਭਾਵ ਉਸ ਪ੍ਰਭੂ ਨਾਲ ਮਿਲਾਪ, ਨਾਮ ਨਾਲ ਮਿਲਾਪ ਕਦੇ ਨਹੀਂ ਹੋ ਸਕਦਾ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਜੋ ਅਵਸਥਾ ਹੈ, ਇਹ ਦਰਅਸਲ ਮਾਇਆ ਦੀ ਖਟੌਲੀ ਪਾਈ ਹੋਈ ਹੈ, ਤੇ ਮਾਇਆ ਦਾ ਮੋਹ ਮਿੱਠਾ ਲੱਗਣ ਕਰਕੇ ਮਨੁੱਖ ਉੱਤੋਂ ਤੇ ਪ੍ਰਭੂ ਨਾਲ ਪ੍ਰੇਮ ਦੇ ਦਿਖਾਵੇ ਕਰਦਾ ਹੈ, ਪਰ ਅੰਦਰੋਂ ਜੋ ਹੈ ਉਹ ਮਾਇਆ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਤਾਂ ਦੂਰੀ ਜ਼ਿੰਦਗੀ ਜੀਣ ਦੇ ਨਾਲ ਅਕਾਲ ਪੁਰਖ ਦੇ ਨਾਲ ਅਸੀਂ ਨਹੀਂ ਜੁੜ ਸਕਦੇ, ਕਿਉਂਕਿ ਅਕਾਲ ਪੁਰਖ ਦੇ ਨਾਲ ਜੁੜਨ ਦੀ ਗੱਲ, ਨਾਮ ਸਿਮਰਨ, ਨਾਮ ਦੀ ਪ੍ਰਾਪਤੀ ਦੀ ਗੱਲ, ਗੁਰੂ ਦੀ ਪ੍ਰਾਪਤੀ ਦੀ ਗੱਲ, ਆਨੰਦ ਦੀ ਪ੍ਰਾਪਤੀ ਦੀ ਗੱਲ, ਇਹ ਸਭ ਮਨ ਦੇ ਪੱਧਰ ਦੀਆਂ ਚੀਜ਼ਾਂ ਹਨ, ਉੱਥੋਂ ਦੀਆਂ ਗੱਲਾਂ ਹਨ, ਮਨ ਦੇ ਦੁਨੀਆ ਦੀਆਂ ਗੱਲਾਂ ਹਨ। ਇਹ ਕੋਈ ਬਾਹਰੀ ਦਿਖਾਵੇ ਦੀਆਂ ਗੱਲਾਂ ਨਹੀਂ ਹਨ। ਤਾਂ ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਉਸ ਪੌੜੀ ਦੇ ਵਿੱਚ ਇਹੀ ਸਿੱਖਿਆ ਦਿੱਤੀ ਸੀ
ਕਿ ਇਹ ਜੋ ਜਗਤ ਰੂਪੀ ਰਚਨਾ ਜੋ ਬੜੀ ਲੁਭਾਵਣੀ ਹੈ, ਉਹਦੇ ਵਿੱਚ ਲੁਭਾਏ ਜਾ ਕੇ ਪ੍ਰਭੂ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਤੇ ਅਗਲੀ ਪੌੜੀ ਦੇ ਸਤਿਗੁਰੂ ਜੀ ਨੇ ਕਿਹਾ ਸੀ ਕਿ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲ। ਜਦੋਂ ਇਸ ਚਤਰਾਈ ਦੀ ਅਵਸਥਾ ਵਿੱਚੋਂ ਮਨ ਨਿਕਲਦਾ ਹੈ ਤੇ ਸਤਿਗੁਰੂ ਉਹਨੂੰ ਪਿਆਰਾ ਕਹਿ ਕੇ ਸੰਬੋਧਨ ਕਰਦੇ ਹਨ ਤੇ ਕਹਿੰਦੇ ਹਨ ਕਿ ਉਹ ਸਦਾ ਤੇ ਪ੍ਰਭੂ ਸੱਚ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖ। ਪਰ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਜਿਹੜੀ ਸਾਨੂੰ ਚੇਤਾਵਨੀ ਦਿੱਤੀ ਹੈ ਉਹ ਇਹ ਹੈ ਕਿ ਇਹ ਕੁਟੰਬ ਜੋ ਉਹ ਦੇਖਦਾ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲ। ਇਹ ਜੋ ਪਰਿਵਾਰ ਆਪਣਾ ਜੋ ਤੈਨੂੰ ਮਿਲਿਆ ਹੈ, ਜਿਸ ਦੇ ਵਿੱਚ ਤੂੰ ਰਹਿ ਰਿਹਾ, ਜਿਸ ਦੇ ਲਈ ਤੂੰ ਸਾਰੇ ਪ੍ਰਪੰਚ ਕਰ ਰਿਹਾ, ਇਹਨੇ ਤੇਰੇ ਨਾਲ ਨਹੀਂ ਜਾਣਾ। ਇਸ ਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਕਰ ਕਿ ਤੈਨੂੰ ਅੰਤ ਵਿੱਚ ਪਛਤਾਣਾ ਨਾ ਪਵੇ। ਭਾਵ ਇਹ ਨਾ ਸੋਚੀ ਕਿ ਇਹੀ ਤੇਰਾ ਸਭ ਕੁਝ ਹੈ। ਤੇਰਾ ਅਸਲ ਮਕਸਦ ਪਰਿਵਾਰ ਨਹੀਂ ਹੈ, ਅਸਲ ਮਕਸਦ ਕਰਤਾਰ ਹੈ। ਬਸ ਇਹ ਧਿਆਨ ਰੱਖ ਤੇ ਇਹਦੀ ਸੇਵਾ ਕਰ, ਇਹਦੇ ਵਿੱਚ ਰਹਿ, ਇਹਦੇ ਨਾਲ ਜੋ ਤੇਰੇ ਫਰਜ਼ ਹਨ ਪੂਰੇ ਕਰ, ਉਹਨਾਂ ਨੂੰ ਵੀ ਅਕਾਲ ਪੁਰਖ ਦੇ ਨਾਲ, ਗੁਰੂ ਦੇ ਨਾਲ ਜੋੜ, ਪਰ ਆਪਣਾ ਚਿੱਤ ਇਸ ਦੇ ਨਾਲ ਨਹੀਂ ਲਾਉਣਾ, ਚਿੱਤ ਪ੍ਰਭੂ ਦੇ ਨਾਲ ਲਾਉਣਾ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾ। ਇਸ ਕਰਕੇ ਰਸਤਾ ਇਹ ਹੈ ਕਿ ਗੁਰੂ ਦੇ ਉਪਦੇਸ਼ ਦੇ ਉੱਤੇ ਚੱਲ, ਗੁਰੂ ਦਾ ਉਪਦੇਸ਼ ਤੈਨੂੰ ਕਦੇ ਨਾ ਭੁੱਲੇ, ਹੋਵੇ ਤੇਰਾ ਨਾਲੇ। ਇਹਨੂੰ ਹਮੇਸ਼ਾ ਆਪਣੇ ਹਿਰਦੇ ਦੇ ਵਿੱਚ ਰੱਖ, ਗੁਰੂ ਦੇ ਉਪਦੇਸ਼ ਨੂੰ, ਇਹਨੂੰ ਵਿਸਾਰ ਨਾ। ਗੁਰੂ ਦੇ ਲੜ ਲੱਗ ਤੇ ਫਿਰ ਹੋਏਗਾ ਕਿ ਜੋ ਬੜੀ ਵੱਡੀ ਮੁਸ਼ਕਿਲ ਲੱਗ ਰਹੀ ਹੈ ਕਿ ਪਰਿਵਾਰ ਦੇ ਵਿੱਚ ਰਹਿੰਦੇ ਆ ਉਸ ਕਰਤਾਰ ਦੇ ਨਾਲ ਚਿੱਤ ਕਿਵੇਂ ਲਾਇਆ ਜਾਵੇ, ਇਹ ਫਿਰ ਬੜੀ ਆਸਾਨ ਹੋ ਜਾਵੇਗੀ। ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਪਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਗਤ ਦੇ ਵਿੱਚ ਰਹਿੰਦੇ ਹੋਇਆ ਕਰਤਾਰ ਦੇ ਨਾਲ ਚਿੱਤ ਲਾਉਣਾ ਕੋਈ ਸੌਖਾ ਕੰਮ ਨਹੀਂ, ਤੇ ਇਹ ਮਨੁੱਖ ਦੇ ਆਪਣੇ ਵੱਸ ਦਾ ਕੰਮ ਨਹੀਂ, ਬਹੁਤ ਵੱਡਾ ਕੰਮ ਹੈ। ਤੇ ਇਹ ਕੰਮ ਕਰਨ ਦੇ ਲਈ ਗੁਰੂ ਦੀ, ਅਕਾਲ ਪੁਰਖ ਦੀ ਸ਼ਰਨ ਪੈ ਜਾਣਾ, ਉਹਦੇ ਅੱਗੇ ਅਰਜ਼ੋਈਆਂ ਕਰਨਾ, ਉਹਦੇ ਅੱਗੇ ਢਹਿ ਪੈਣਾ, ਬਸ ਇਹੀ ਇੱਕ ਰਸਤਾ ਹੈ। ਜਦੋਂ ਗੁਰੂ ਦੇ ਅੱਗੇ ਢਹਿ ਪਏਗਾ ਇਹ ਮੇਰੇ ਮਨ, ਉਹਦੇ ਦੱਸੇ ਰਾਹ ਦੇ ਉੱਤੇ ਚੱਲੇਗਾ, ਤਾਂ ਫਿਰ ਤੇਰੇ ਵਾਸਤੇ ਇਹ ਕੰਮ ਕਰਨਾ ਸੌਖਾ ਹੋ ਜਾਵੇਗਾ। ਉਹਦੇ ਮਿਹਰ ਦੇ ਨਾਲ, ਉਹਦੀ ਕਿਰਪਾ ਦੇ ਨਾਲ ਤੂੰ ਇਹ ਕੰਮ ਕਰ ਸਕਦਾ ਹੈ, ਕਿਉਂਕਿ ਤੂੰ ਉਹਦਾ ਹੀ ਬਣਾਇਆ ਹੋਇਆ ਹੈ। ਉਹਦੇ ਬਣਾਏ ਰਸਤੇ ਦੇ ਉੱਤੇ ਹੀ ਤੂੰ ਚੱਲ ਰਿਹਾ। ਉਹ ਐਡਾ ਵੱਡਾ ਹੈ, ਤੂੰ ਉਹਦਾ ਅੰਤ ਨਹੀਂ ਪਾ ਸਕਦਾ, ਤੇ ਤੂੰ ਉਹਦਾ ਖੇਡ ਹੀ ਹੈ। ਉਹ ਤੈਨੂੰ ਖਿਲਾ ਰਿਹਾ ਹੈ ਇਸ ਜਗਤ ਦੇ। ਤੇਰਾ ਜੀਵਨ ਜੋ ਹੈ ਉਹਦੇ ਹੁਕਮ ਦੇ ਵਿੱਚ ਇਹ ਖੇਲ ਖੇਡੀ ਜਾ ਰਹੀ ਹੈ। ਤੋ ਹੇ ਮੇਰੇ ਮਨ, ਤੂੰ ਉਸ ਅਕਾਲ ਪੁਰਖ ਅੱਗੇ, ਗੁਰੂ ਅੱਗੇ ਢਹਿ ਪੈ ਤੇ ਉਹਦੀ ਮਿਹਰ ਦੀ, ਕਿਰਪਾ ਦੀ ਆਸ ਕਰ, ਮੰਗ ਕਰ, ਤੇ ਉਹਦੇ ਕੋਲੋਂ ਬਲ ਲੈ ਕੇ, ਉਹਦੀ ਸਿੱਖਿਆ ਦੇ ਉੱਤੇ ਚੱਲ ਕੇ ਫਿਰ ਤੇਰੇ ਲਈ ਇਹ ਕੰਮ ਜਿਹੜਾ ਹੈ ਉਹ ਬੜਾ ਆਸਾਨ ਹੋ ਜਾਵੇ। ਤੇ ਇਉਂ ਸਤਿਗੁਰੂ ਜੀ ਨੇ ਪਿਛਲੀਆਂ 3 ਪੌੜੀਆਂ ਦੇ ਵਿੱਚ ਸਾਨੂੰ ਅੰਮ੍ਰਿਤ ਦੀ ਪ੍ਰਾਪਤੀ ਦੇ ਰਸਤੇ ਉੱਤੇ ਤੋਰਦਿਆਂ ਹੋਇਆਂ ਇਹ 3 ਕਦਮ ਜਿਹੜੇ ਅੱਗੇ ਤੋਰੇ ਸੀ ਕਿ ਉਹਦੇ ਅੱਗੇ ਢਹਿ ਪੈ, ਗੁਰੂ ਦੀ ਸ਼ਰਨ ਦੇ ਵਿੱਚ ਪੈ, ਮਨ ਨੂੰ ਚਤਰਾਈਆਂ ਛੱਡ, ਤੇ ਜੋ ਰਸਤੇ ਦੇ ਵਿੱਚ ਰੁਕਾਵਟਾਂ ਆਉਂਦੀਆਂ ਹਨ ਉਹਦੇ ਤੋਂ ਬਚ ਕੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਅੱਗੇ ਚੱਲ, ਤੇ ਫਿਰ ਤੈਨੂੰ ਇਸ ਰਸਤੇ ਦੇ ਉੱਤੇ ਸਫਲਤਾ ਪ੍ਰਾਪਤ ਹੋਏਗੀ। ਤਾਂ ਹੁਣ ਸਤਿਗੁਰੂ ਜੀ ਅੱਗੇ ਸਾਨੂੰ ਸਮਝਾ ਰਹੇ ਹਨ ਕਿ ਜੋ ਅੰਮ੍ਰਿਤ ਦੀ ਪ੍ਰਾਪਤੀ ਦੀ ਗੱਲ ਸਤਿਗੁਰੂ ਜੀ ਹੁਣ ਇਸ ਪੌੜੀ ਦੇ ਵਿੱਚ ਕਰ ਰਹੇ ਹਨ। ਸੁਰ ਜਨ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਦੇ ਬਾਰੇ ਵੀ 2 ਲਫ਼ਜ਼ ਆਪਾਂ ਥੋੜੀ ਜਿਹੀ ਵਿਚਾਰ ਸੰਖੇਪ ਦੇ ਵਿੱਚ ਕਰ ਲਈ ਹੈ। ਅੰਮ੍ਰਿਤ ਸਾਡੇ ਭਾਰਤੀ ਸੰਸਕ੍ਰਿਤੀ ਦੇ ਵਿੱਚ ਇਹ ਸ਼ਬਦ ਆਮ ਮਸ਼ਹੂਰ ਹੈ, ਜਿਸ ਦਾ ਅਖਰੀ ਅਰਥ ਹੈ ਉਹ ਚੀਜ਼, ਉਹ ਵਸਤੂ, ਉਹ ਜਲ
ਜਿਹਦੀ ਪ੍ਰਾਪਤੀ ਦੇ ਨਾਲ ਅੰਮ੍ਰਿਤ ਭਾਵ ਮੌਤ ਤੋਂ ਛੁਟਕਾਰਾ ਹੋ ਜਾਵੇ, ਭਾਵ ਇਹ ਸਦੀਵੀ ਜੀਵਨ ਦਾ ਜਲ ਹੈ। ਇਹ ਸਿਰਫ ਭਾਰਤੀ ਸੰਸਕ੍ਰਿਤੀ ਦੇ ਵਿੱਚ ਹੀ ਨਹੀਂ, ਇਹ ਪੂਰੇ ਜਗਤ ਦੇ ਵਿੱਚ, ਹਰ ਧਰਮ ਵਿੱਚ, ਹਰ ਫਿਲਾਸਫੀ ਦੇ ਵਿੱਚ, ਹਰ ਧਰਮ ਦੇ ਵਿੱਚ, ਹਰ ਥਾਂ ਤੇ ਇਸ ਚੀਜ਼ ਦਾ ਜ਼ਿਕਰ ਆਇਆ ਹੈ। ਕਿਤੇ ਇਹ ਆਬੇ ਹਯਾਤ ਦੇ ਰੂਪ ਵਿੱਚ ਆਇਆ ਹੈ। ਕ੍ਰਿਸਚੀਅਨਿਟੀ ਦੇ ਵਿੱਚ ਦੇਖੀਏ ਤਾਂ ਇਹ ਐਲਿਕਸਰ ਆਫ ਲਾਈਫ ਕਿਹਾ ਗਿਆ ਹੈ। ਜਿਸ ਮਰਜ਼ੀ ਦੇਸ਼ ਦੀ ਗੱਲ ਕਰ ਰਹੀ ਹੈ, ਪੁਰਾਣੀਆਂ ਸਭਿਅਤਾਵਾਂ ਦੇ ਵਿੱਚੋਂ ਚੀਨ, ਜਾਪਾਨ, ਫਾਰਸ, ਮੈਸੋਪੋਟੇਮੀਆ, ਗ੍ਰੀਕ, ਇਹ ਕਿਸੇ ਵੀ ਥਾਂ ਦੀ ਗੱਲ ਕਰ ਲਈਏ, ਕਿਸੇ ਵੀ ਧਰਮ ਦੀ ਗੱਲ ਕਰ ਲਈਏ, ਹਰ ਧਰਮ ਵਿੱਚ ਐਸੀ ਵਸਤੂ ਦੀ, ਅੰਮ੍ਰਿਤ ਦੀ ਭਾਲ ਕਿਸੇ ਨਾ ਕਿਸੇ ਉੱਥੋਂ ਦੀ ਆਪਣੀ ਭਾਸ਼ਾ ਦੇ ਨਾਮ ਹੈ, ਇਹ ਹਰ ਥਾਂ ਦੇ ਉੱਤੇ ਹੁੰਦੀ ਰਹੀ। ਤੇ ਹਰ ਥਾਂ ਤੇ ਇਹਦੇ ਲੱਛਣ ਵੀ ਜਿਹੜੇ ਹਨ ਉਹ ਤਕਰੀਬਨ ਮਿਲਦੇ ਜੁਲਦੇ ਹਨ, ਜਿਹੜੇ ਮਨੁੱਖ ਦੀ ਭਾਲ ਦੇ ਵਿੱਚ ਰਹੇ ਹਨ। ਤੋ ਅੰਮ੍ਰਿਤ ਦਾ ਅਰਥ ਹੈ ਕਿ ਜਦੋਂ ਮੌਤ ਦਾ ਡਰ ਖਤਮ ਹੋ ਜਾਵੇ, ਜਾਂ ਮੌਤ ਜਿਹੜੀ ਹੈ ਉਹ ਉਸ ਤੋਂ ਛੁਟਕਾਰਾ ਹੋ ਜਾਵੇ, ਸਦੀਵੀ ਜੀਵਨ ਦਾ ਜਲ ਇਸ ਨੂੰ ਕਿਹਾ ਗਿਆ। ਆਬੇ ਹਯਾਤ ਦੇ ਅਰਥ ਵੀ, ਹਯਾਤ ਦਾ ਵੀ ਅਰਥ ਜੀਵਨ ਹੈ, ਉਮਰ ਹੈ। ਤੋ ਆਬੇ ਹਯਾਤ ਉਹ ਪਾਣੀ, ਉਹ ਚਸ਼ਮਾ ਜਿਸ ਦਾ ਪਾਣੀ ਪੀ ਕੇ ਸਦੀਵੀ ਉਮਰ ਸਾਨੂੰ ਮਿਲ ਜਾ। ਇਹ ਦਰਅਸਲ ਹੈ ਬੜੀ ਦੁਰਲਭ ਵਸਤੂ, ਸਤਿਗੁਰੂ ਜੀ ਜਿਹੜੀ ਚੀਜ਼ ਸਾਨੂੰ ਸਮਝਾ ਰਹੇ ਹਨ, ਕਿਉਂਕਿ ਸਤਿਗੁਰੂ ਜੀ ਆਪ ਵੀ ਇਸ ਦੇ ਵਿੱਚ ਕਹਿ ਰਹੇ ਹਨ। ਤੇ ਪੂਰੇ ਜਗਤ ਦਾ ਇਤਿਹਾਸ ਵੀ ਦੇਖੀਏ ਤੇ ਹਰ ਧਰਮ, ਹਰ ਸਭਿਅਤਾ ਦੇ ਵਿੱਚ ਇਹਦੀ ਖੋਜ ਕੀਤੀ ਗਈ, ਪਰ ਸਾਨੂੰ ਕਿਤੇ ਵੀ ਇਹਦੀ ਪ੍ਰਾਪਤੀ ਦੇ ਕੁਝ ਜ਼ਿਕਰ ਨਹੀਂ ਮਿਲਦਾ। ਸਿਰਫ ਖੋਜ ਦੀ ਗੱਲ ਆਉਂਦੀ ਹੈ। ਹਰ ਧਰਮ ਵਿੱਚ ਇਹਦੀ ਖੋਜ ਕੀਤੀ ਗਈ ਤੇ ਜਦੋਂ ਨਹੀਂ ਪ੍ਰਾਪਤ ਹੋਇਆ ਤਾਂ ਫਿਰ ਇਹਦਾ ਕੁਝ ਇਮੈਜਿਨ ਕਰ ਲਿਆ ਗਿਆ। ਜਿਵੇਂ ਆਬੇ ਹਯਾਤ ਨਾਮ ਦਾ ਚਸ਼ਮਾ ਜੋ ਹੈ, ਉਹਦੇ ਬਾਰੇ ਇਹ ਦੱਸਿਆ ਗਿਆ ਕਿ ਇਹ ਸਵਰਗ ਦੇ ਵਿੱਚ, ਜੰਨਤ ਦੇ ਵਿੱਚ ਵਗਦਾ ਹੈ ਤੇ ਉੱਥੇ ਇਸ ਦਾ ਪਾਣੀ ਪੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਇੱਥੋਂ ਦੇ ਸਭਿਅਤਾ ਦੇ ਵਿੱਚ ਅੰਮ੍ਰਿਤ ਦਾ ਸਰੋਵਰ ਮਾਨ ਸਰੋਵਰ ਕਹਿ ਦਿੱਤਾ ਗਿਆ, ਜਿਹੜਾ ਕਿ ਕੈਲਾਸ਼ ਪਰਬਤ ਦੇ ਕੋਲ। ਇਸੇ ਤਰ੍ਹਾਂ ਹੀ ਐਲਿਕਸਰ ਆਫ ਲਾਈਫ ਦਾ ਵੀ ਚਸ਼ਮਾ ਜਿਹੜਾ ਹੈ ਉਹ ਸਵਰਗ ਦੇ ਵਿੱਚ, ਹੈਵਨ ਦੇ ਵਿੱਚ ਮੰਨ ਲਿਆ ਗਿਆ। ਕਹਿਣ ਤੋਂ ਭਾਵ ਇਹ ਹੈ ਕਿ ਇਹ ਸਾਰੀਆਂ ਗੱਲਾਂ ਇਹੀ ਸ਼ੋਅ ਕਰਦੀਆਂ ਹਨ ਕਿ ਇਹ ਇੱਕ ਐਸਾ ਕਨਸੈਪਟ ਮਨੁੱਖ ਜਿਹਦੇ ਪਿੱਛੇ ਲੱਗਾ ਹੋਇਆ ਹੈ, ਉਹ ਐਸਾ ਵਿਚਾਰ ਹੈ ਜਿਸ ਨੂੰ ਇਸ ਜਗਤ ਦੇ ਵਿੱਚ ਪ੍ਰਾਪਤ ਨਹੀਂ ਕੀਤਾ ਜਾ ਸਕਿਆ। ਇਹ ਡਰ ਕੀ ਹੈ? ਡਰ ਇਹ ਹੈ ਕਿ ਮੌਤ ਦਾ ਡਰ ਹੈ, ਕਿਤੇ ਇਹਨੂੰ ਬੁਢਾਪੇ ਦਾ ਡਰ ਕਹਿ ਦਿੱਤਾ ਗਿਆ, ਕਿਤੇ ਅੰਮ੍ਰਿਤ ਜਾਂ ਆਬੇ ਹਯਾਤ ਨੂੰ ਅਜਿਹਾ ਜਲ ਕਹਿ ਦਿੱਤਾ ਗਿਆ ਜਿਹਦੇ ਨਾਲ ਸਦੀਵੀ ਜਵਾਨੀ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ, ਭਾਵ ਬੁਢੇਪਾ ਨਹੀਂ ਹੈ। ਕਿਉਂਕਿ ਬੁਢੇਪਾ ਤਾਂ ਤਕਲੀਫਾਂ ਦਾ ਨਾਮ ਹੀ ਹੈ ਨਾ। ਜਿਉਂ-ਜਿਉਂ ਮਨੁੱਖ ਦਾ ਸਰੀਰ ਢਲਦਾ ਹੈ, ਬੁਢਾਪੇ ਵੱਲ ਜਾਂਦਾ ਹੈ ਤੇ ਤਕਲੀਫਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਤਾਂ ਉਹ ਕਹਿੰਦੇ ਹਨ ਕਿ ਸਦੀਵੀ ਜਵਾਨੀ ਦਾ ਇਹ ਜੋ ਜਲ ਹੈ, ਇਹਦਾ ਸੇਵਨ ਕਰਨ ਦੇ ਨਾਲ ਮਨੁੱਖ ਭਾਵੇਂ ਬੁੱਢਾ ਹੋਵੇ, ਉਹ ਫਿਰ ਵੀ ਜਵਾਨ ਹੋ। ਇਸੇ ਤਰ੍ਹਾਂ ਦੇ ਹੀ ਕੁਝ ਕਨਸੈਪਟ ਦੇ ਵਿੱਚ ਇਹਦੇ ਨਾਲ ਹੀ ਮਿਲਦਾ ਜੁਲਦਾ ਕਨਸੈਪਟ ਜੋ ਹੈ ਉਹ ਪਾਰਸ ਦਾ ਲਿਆ ਗਿਆ, ਫਿਲਾਸਫਰ ਸਟੋਨ ਦਾ ਲਿਆ। ਹੁਣ ਅਸਲ ਦੇ ਵਿੱਚ ਤਾਂ ਇਹਨਾਂ ਦੇ ਵਿੱਚ ਜੋ ਸੰਕੇਤ ਹਨ ਉਹ ਵੀ ਛੁਪੇ ਹੋਏ ਹਨ। ਜਿਸ ਤਰ੍ਹਾਂ ਕਿ ਫਿਲਾਸਫਰ ਸਟੋਨ ਹੈ, ਤਾਂ ਫਿਲਾਸਫੀ ਦਾ ਅਰਥ ਹੈ ਕਿ ਜਦੋਂ ਮਨੁੱਖ ਦਾ ਸਿਆਣਪ ਦੇ ਨਾਲ, ਸੱਚਾਈ ਦੇ ਨਾਲ ਪਿਆਰ ਹੋ ਜਾਵੇ ਤੇ ਉਹਨੂੰ ਫਿਲਾਸਫਰ ਕਿਹਾ ਜਾਂਦਾ ਹੈ। ਇਹਨੂੰ ਲਵਰ ਆਫ ਵਿਜ਼ਡਮ ਜਾਂ ਲਵ ਆਫ ਵਿਜ਼ਡਮ ਜਿਹੜਾ ਹੈ, ਉਹੀ ਇਹਦਾ ਫਿਲਾਸਫੀ ਦਾ ਅਰਥ ਹੁੰਦਾ ਹੈ। ਤਾਂ ਕਹਿਣ ਤੋਂ ਭਾਵ ਇਹ ਹੈ ਕਿ ਇਹ ਅਸਲ ਦੇ ਵਿੱਚ ਤਾਂ ਉਸ ਅਗੰਮੀ ਸ਼ਕਤੀ ਦੇ ਨਾਲ ਪਿਆਰ ਦੀ ਅਵਸਥਾ ਦੀ ਗੱਲ ਸੀ, ਪਰ ਇਸ ਨੂੰ ਜਦੋਂ ਆਮ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਜਾਂਦਾ ਸੀ, ਤਾਂ ਜਿਸ ਢੰਗ ਨਾਲ ਸਮਝਾਇਆ ਜਾਂਦਾ ਸੀ ਉਹਦੇ ਵਿੱਚ ਇਸ ਦੇ ਅਰਥ ਇਸ ਕਿਸਮ ਦੇ ਬਣ ਜਾਂਦੇ ਸਨ ਕਿ ਜਿਵੇਂ ਇਹਨੂੰ ਪ੍ਰਾਪਤ ਕਰਕੇ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ ਇਹ ਸਭ ਦੂਰ ਹੋ ਜਾਣਗੇ, ਜਵਾਨੀ ਪਰਮਾਨੈਂਟ ਆ ਜਾਏਗੀ, ਸਦੀਵੀ ਜੀਵਨ ਪ੍ਰਾਪਤ ਹੋ ਜਾਏ। ਤਾਂ ਅਸਲ ਦੇ ਵਿੱਚ ਤਾਂ ਇਹਦਾ ਅਰਥ ਜਦੋਂ ਸਿਆਣਿਆਂ ਨੇ ਇਹ ਗੱਲਾਂ ਕਹੀਆਂ ਹੋਣਗੀਆਂ, ਉਹ ਇਹ ਮਨੁੱਖੀ ਜੀਵਨ, ਸਰੀਰਕ ਜੀਵਨ ਦੇ ਮੌਤ ਤੋਂ ਮੁਕਤੀ ਦੀ ਗੱਲ ਨਹੀਂ। ਤੋ ਇਹ ਇੱਕ ਅਜਿਹੀ ਅਵਸਥਾ ਹੈ ਜਿਹਨੂੰ ਸਤਿਗੁਰੂ ਜੀ ਹੁਣ ਗੁਰਮਤਿ ਸਿਧਾਂਤਾਂ ਦੇ ਮੁਤਾਬਕ ਸਾਨੂੰ ਸਮਝਾ ਰਹੇ ਹਨ।
ਸਤਿਗੁਰੂ ਜੀ ਕਹਿ ਰਹੇ ਹਨ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ। ਸੋ ਅੰਮ੍ਰਿਤ ਗੁਰ ਤੇ ਪਾਇਆ। ਸੁਰ ਕਹਿੰਦੇ ਹਨ ਦੇਵਤੇ, ਨਰ ਮਨੁੱਖ ਹੋ ਗਏ, ਤੇ ਮੁਨ ਜਨ ਦਾ ਭਾਵ ਮੁਨੀ ਲੋਕ, ਭਾਵ ਉਹ ਵਿਅਕਤੀ, ਉਹ ਮਨੁੱਖ ਜਿਨ੍ਹਾਂ ਨੇ ਬਹੁਤ ਉੱਚੀਆਂ ਅਵਸਥਾਵਾਂ ਪ੍ਰਾਪਤ ਕਰ ਲਈਆਂ। ਤਾਂ ਸਤਿਗੁਰੂ ਜੀ ਕਹਿ ਰਹੇ ਹਨ, ਦੇਵਤੇ, ਮਨੁੱਖ ਤੇ ਬੜੇ ਉੱਚੇ ਅਵਸਥਾ ਵਾਲੇ ਲੋਕ ਜਿਹੜੇ ਹਨ, ਇਹ ਸਾਰੇ ਅੰਮ੍ਰਿਤ ਦੀ ਖੋਜ ਕਰ ਰਹੇ। ਭਾਵ ਉਹ ਜਲ ਜਿਹੜਾ ਮਨੁੱਖ ਨੂੰ ਸਾਰੇ ਡਰਾਂ ਤੋਂ ਰਹਿਤ ਕਰ ਦੇਵੇ, ਸਾਰੀਆਂ ਚਿੰਤਾਵਾਂ ਤੋਂ ਰਹਿਤ ਕਰ ਦੇਵੇ, ਸਦਾ ਵਿਗਾਸ ਦੇ ਵਿੱਚ, ਖੇੜੇ ਦੇ ਵਿੱਚ, ਆਨੰਦ ਦੀ ਅਵਸਥਾ ਦੇ ਵਿੱਚ ਲੈ ਜਾਵੇ। ਤੋ ਅੰਮ੍ਰਿਤ ਦਾ ਅਰਥ ਇੱਥੇ ਸਤਿਗੁਰੂ ਜੀ ਜਿਹੜਾ ਕਰਕੇ ਸਾਨੂੰ ਸਮਝਾ ਰਹੇ ਹਨ ਕਿ ਉਹ ਨਾਮ ਜਲ ਜੋ ਸਦੀਵੀ ਆਤਮਿਕ ਆਨੰਦ ਦੇਣ ਵਾਲਾ ਹੈ। ਇਸ ਅੰਮ੍ਰਿਤ ਦਾ ਅਰਥ ਉਹ ਅੰਮ੍ਰਿਤ ਨਹੀਂ ਜਿਹੜੇ ਦੂਜੇ ਧਰਮਾਂ ਵਾਲੇ ਇਹਨੂੰ ਖੋਜ ਰਹੇ ਸਨ, ਕਿਉਂਕਿ ਉਹ ਤਾਂ ਇੱਕ ਭੁਲੇਖਿਆਂ ਵਾਲੀ ਖੋਜ ਸੀ। ਉਹ ਸਰੀਰਕ ਮੌਤ ਤੋਂ ਮੁਕਤੀ ਦਾ ਜਲ ਢੂੰਡ ਰਹੇ ਸਨ। ਪਰ ਇੱਥੇ ਸਤਿਗੁਰੂ ਜੀ ਸਾਨੂੰ ਮੌਤ ਤੋਂ ਮੁਕਤੀ ਦਾ ਜਲ ਨਹੀਂ ਦੱਸ ਰਹੇ, ਮੌਤ ਦੇ ਡਰ ਤੋਂ ਮੁਕਤੀ ਦਾ ਜਲ ਜਿਹੜਾ ਸਦੀਵੀ ਖੇੜੇ, ਸਦੀਵੀ ਆਨੰਦ ਦੇ ਵਿੱਚ ਲੈ ਜਾਂਦਾ ਹੈ, ਉਹਨੂੰ ਸਤਿਗੁਰੂ ਜੀ ਨੇ ਅੰਮ੍ਰਿਤ ਕਿਹਾ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਦੇਵਤੇ, ਮਨੁੱਖ ਤੇ ਉੱਚੀ ਅਵਸਥਾ ਨੂੰ ਪ੍ਰਾਪਤ ਹੋ ਚੁੱਕੇ ਮਨੁੱਖ, ਉਹ ਅੰਮ੍ਰਿਤ ਦੀ ਭਾਲ ਕਰਦੇ ਪਏ ਹਨ, ਲੱਭਦੇ ਫਿਰਦੇ ਹਨ, ਖੋਜਦੇ ਭਾਵ ਲੱਭਦੇ ਫਿਰਦੇ ਪਏ ਹਨ। ਪਰ ਇਹ ਹੈ ਕਿੱਥੇ ਅੰਮ੍ਰਿਤ? ਅੰਮ੍ਰਿਤ ਗੁਰ ਤੇ ਪਾਇਆ। ਸਤਿਗੁਰੂ ਜੀ ਫਰਮਾ ਰਹੇ ਹਨ ਕਿ ਅੰਮ੍ਰਿਤ ਦੀ ਪ੍ਰਾਪਤੀ ਗੁਰੂ ਤੋਂ ਹੁੰਦੀ, ਇਹ ਕੇਵਲ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ। ਅਗਲੀ ਪੰਕਤੀ ਸਤਿਗੁਰੂ ਜੀ ਇੱਕ ਵਾਰੀ ਫੇਰ ਦ੍ਰਿੜ ਕਰਵਾ ਰਹੇ ਹਨ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀ। ਇਹ ਅੰਮ੍ਰਿਤ ਨਾਮ ਜਲ ਐਸਾ ਜਲ ਹੈ, ਐਸਾ ਆਨੰਦ ਦਾ ਜਲ ਹੈ, ਸਦੀਵੀ ਖੇੜੇ ਦੀ ਅਵਸਥਾ ਹੈ, ਜਿਹੜੀ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਕਿਰਪਾ ਕਰਦਾ ਹੈ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਕਿਉਂਕਿ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤਾਂ ਸੱਚਾ ਭਾਵ ਸਦਾ ਸਥਿਰ ਪ੍ਰਭੂ ਮਨ ਦੇ ਵਿੱਚ ਵਸ ਜਾਂਦਾ ਹੈ। ਕਿਉਂਕਿ ਜਦੋਂ ਗੁਰੂ ਦੀ ਕਿਰਪਾ ਹੋ ਗਈ ਤਾਂ ਜਿਸ ਮਨੁੱਖ ਨੇ ਅੰਮ੍ਰਿਤ ਪ੍ਰਾਪਤ ਕਰ ਲਿਆ, ਉਹਦੇ ਮਨ ਦੇ ਵਿੱਚ ਉਹ ਸਦਾ ਸਥਿਰ ਪ੍ਰਭੂ ਦਾ ਸਦੀਵੀ ਵਾਸਾ ਹੋ ਗਿਆ। ਇਹ ਹੈ ਗੁਰੂ ਦੀ ਕਿਰਪਾ ਦਾ ਪ੍ਰਭਾਵ, ਗੁਰੂ ਦੀ ਕਿਰਪਾ ਦਾ ਅਸਰ। ਭਾਵ ਕਿ ਜਦੋਂ ਅੰਮ੍ਰਿਤ ਦੀ ਪ੍ਰਾਪਤੀ ਦੀ ਗੱਲ ਸਤਿਗੁਰੂ ਜੀ ਕਰ ਰਹੇ ਹਨ, ਸਤਿਗੁਰੂ ਜੀ ਕਹਿ ਰਹੇ ਹਨ ਕਿ ਉੱਚੀ ਆਤਮਿਕ ਅਵਸਥਾ, ਆਨੰਦ ਦੀ ਆਤਮਿਕ ਅਵਸਥਾ ਦੀ ਪ੍ਰਾਪਤੀ ਕੇਵਲ ਗੁਰੂ ਦੀ ਸ਼ਰਨ ਪਿਆ ਹੀ ਹੋ ਸਕਦੀ ਹੈ। ਔਰ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤਾਂ ਫਿਰ ਮਨ ਦੇ ਵਿੱਚ ਸਦਾ ਸਥਿਰ ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ, ਉਹਦੀ ਯਾਦ ਸਦੀਵੀ ਤੌਰ ਤੇ ਮਨ ਵਿੱਚ ਵਸ ਜਾਂਦੀ ਹੈ। ਔਰ ਫਿਰ ਉਹਦੇ ਅਸਰ ਕੀ ਹੁੰਦਾ ਹੈ? ਇਹ ਅੰਮ੍ਰਿਤ ਦੀ ਪ੍ਰਾਪਤੀ ਉਦੋਂ ਹੀ ਹੁੰਦੀ ਹੈ ਜਦੋਂ ਸੱਚਾ ਪ੍ਰਭੂ ਮਨ ਦੇ ਵਿੱਚ, ਐਸੇ ਵਿਅਕਤੀ ਦੇ ਮਨ ਦੇ ਵਿੱਚ ਵਸ ਜਾਂਦਾ ਹੈ, ਜਦੋਂ ਵਿਅਕਤੀ ਆਪਣੇ ਮਨ ਦੇ ਵਿੱਚ ਪ੍ਰਭੂ ਨੂੰ ਵਸਾ ਲੈਂਦਾ। ਸਤਿਗੁਰੂ ਜੀ ਅੱਗੇ ਫਰਮਾ ਰਹੇ ਹਨ, ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨਿਆ। ਭਾਵ ਹੈ ਪ੍ਰਭੂ ਜੀ, ਜੀ ਜੰਤ ਸਭ ਭਾਵ ਸਾਰੇ ਹੀ ਤੁਧ ਉਪਾਏ, ਤੂੰ ਹੀ ਬਣਾਏ ਹਨ, ਤੂੰ ਹੀ ਪੈਦਾ ਕੀਤੇ ਹਨ। ਇੱਕ ਵੇਖ ਪਰਸਨ ਆਇਆ, ਇੱਕ ਦਾ ਭਾਵ ਹੈ ਕਈ ਜੀਵ ਸਤਿਗੁਰੂ ਨੂੰ ਵੇਖਦੇ ਹਨ, ਉਹਦੇ ਦੀਦਾਰ ਕਰਦੇ ਹਨ, ਦਰਸ਼ਨ ਕਰਦੇ ਹਨ, ਤੇ ਫਿਰ ਦਰਸ਼ਨ ਕਰਕੇ ਉਹ ਗੁਰੂ ਨੂੰ ਪਰਸਨ ਆਉਂਦੇ ਹਨ। ਪਰਸਨ ਸ਼ਬਦ ਅਸੀਂ ਉਦੋਂ ਇਸਤੇਮਾਲ ਕਰਦੇ ਹਾਂ ਜਦੋਂ ਅਸੀਂ ਗੁਰੂ ਦੇ ਚਰਨ ਪਰਸਨ ਦੀ ਗੱਲ ਕਰਦੇ ਹਾਂ, ਗੁਰੂ ਦੀ ਧੂੜ ਦੀ ਗੱਲ ਕਰਦੇ ਹਾਂ, ਭਾਵ ਗੁਰੂ ਦੇ ਉਪਦੇਸ਼ ਪ੍ਰਾਪਤੀ ਦੀ ਗੱਲ ਕਰਦੇ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਪ੍ਰਭੂ ਜੀ, ਤੁਸੀਂ ਇਸ ਜਗਤ ਦੇ ਸਾਰੇ ਜੀਵ ਜੰਤ ਜੋ ਹਨ ਇਹ ਤੁਸੀਂ ਪੈਦਾ ਕੀਤੇ ਹਨ, ਤੇ ਤੁਹਾਡੀ ਪ੍ਰੇਰਣਾ ਦੇ ਨਾਲ ਹੀ ਤੁਸੀਂ ਪ੍ਰੇਰਣਾ ਕਰਦੇ ਹੋ, ਉਹਨਾਂ ਦੇ ਮਨ ਦੇ ਵਿੱਚ ਪ੍ਰੇਰਣਾ ਪੈਦਾ ਕਰਦੇ ਹੋ, ਤੇ ਉਹਨਾਂ ਵਿੱਚੋਂ ਕਈ ਗੁਰੂ ਦੇ ਦਰਸ਼ਨ ਕਰਦੇ ਹਨ, ਦੀਦਾਰ ਕਰਦੇ ਹਨ, ਤੇ ਫਿਰ ਗੁਰੂ ਦੇ ਚਰਨ ਪਰਸਨ ਆਉਂਦੇ ਹਨ, ਭਾਵ ਉਹਦੀ ਸਿੱਖਿਆ ਗ੍ਰਹਿਣ ਕਰਨ ਆਉਂਦੇ। ਉਹਦਾ ਅਸਰ ਕੀ ਹੁੰਦਾ ਹੈ
ਕਿ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਲੱਭ ਤੇ ਲੋਭ ਇਹ ਦੋਨੋਂ ਅਕਸਰ ਇਕੱਠੇ ਲਫ਼ਜ਼ ਵਰਤੇ ਜਾਂਦੇ ਹਨ। ਇਹਨਾਂ ਦੋਹਾਂ ਦਾ ਅਰਥ ਲਾਲਚ ਹੈ। ਇਸ ਦੇ ਅਰਥ ਇਸ ਤਰ੍ਹਾਂ ਵੀ ਕੀਤੇ ਜਾਂਦੇ ਹਨ ਕਿ ਜਿਹੜੀਆਂ ਪ੍ਰਾਪਤ ਕੀਤੀਆਂ ਜਾਣ ਵਾਲੀਆਂ ਵਸਤੂਆਂ ਦਾ ਲਾਲਚ ਹੁੰਦਾ ਹੈ। ਤਾਂ ਭਾਵ ਉਹੀ ਹੈ ਕਿ ਜਦੋਂ ਮਨ ਦੇ ਵਿੱਚ ਲੋਭ ਹੁੰਦਾ ਹੈ, ਉਸ ਨੂੰ ਤੇ ਅਹੰਕਾਰ ਨੂੰ ਲੱਭ ਲੋਭ ਅਹੰਕਾਰ ਚੁੱਕਾ। ਤੇ ਜਦੋਂ ਸਤਿਗੁਰੂ ਜੀ ਕਹਿੰਦੇ ਪਿਆਰਾ ਲੱਗਦਾ ਹੈ ਸਤਿਗੁਰੂ ਭਲਾ ਪਾਇਆ, ਭਾਵ ਜਦੋਂ ਉਹਦੇ ਦੱਸੇ ਰਸਤੇ ਤੇ ਗੁਰੂ ਦੇ ਚਰਨ ਪਰਸ਼ਨ ਕਰਦੇ ਹਨ, ਗੁਰੂ ਦੀ ਸਿੱਖਿਆ ਉੱਤੇ ਚੱਲਦੇ ਹਨ, ਸਤਿਗੁਰੂ ਜੀ ਚੰਗੇ ਲੱਗਣ ਲੱਗ ਜਾਂਦੇ ਹਨ, ਤਾਂ ਸਤਿਗੁਰੂ ਦੀ ਉਹਨਾਂ ਤੇ ਕਿਰਪਾ ਹੁੰਦੀ ਹੈ ਤੇ ਉਹਨਾਂ ਦੇ ਮਨ ਦੇ ਵਿੱਚੋਂ ਲੱਭ ਲੋਭ ਤੇ ਅਹੰਕਾਰ ਉਹ ਚੁੱਕ ਜਾਂਦਾ ਹੈ, ਦੂਰ ਹੋ ਜਾਂਦਾ। ਤੋ ਇਸ ਤਰ੍ਹਾਂ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਜੀਵ ਜੰਤ ਸਾਰੇ ਪ੍ਰਭੂ ਦੇ ਬਣਾਏ ਹਨ। ਜਦੋਂ ਤੂੰ ਕਿਰਪਾ ਕਰਦਾ ਹੈ, ਉਹਨਾਂ ਨੂੰ ਗੁਰੂ ਦੇ ਦਰ ਤੇ ਲੈ ਆਉਂਦਾ ਹੈ ਤੇ ਗੁਰੂ ਦੀ ਸਿੱਖਿਆ ਦੇ ਗ੍ਰਹਿਣ ਕਰਨ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਜੋ ਗੁਰੂ ਦਾ ਪਿਆਰ ਪੈਦਾ ਹੁੰਦਾ ਹੈ, ਗੁਰੂ ਦੀ ਸਿੱਖਿਆ ਦੇ ਉੱਤੇ ਚੱਲਣ ਦਾ ਸ਼ੌਕ ਉਤਸ਼ਾਹ ਪੈਦਾ ਹੁੰਦਾ ਹੈ, ਤਾਂ ਉਹਦੇ ਮਨ ਦੇ ਵਿੱਚੋਂ ਲੱਭ ਲੋਭ ਤੇ ਅਹੰਕਾਰ ਜਿਹੜੇ ਹਨ ਉਹ ਖਤਮ ਹੋ ਜਾਂਦੇ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਕਹੈ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਨਾਨਕ, ਜਿਸ ਨੂੰ ਆਪ ਤੁਠਾ, ਜਿਸ ਤੇ ਉਹ ਆਪ ਪ੍ਰਭੂ ਪ੍ਰਸੰਨ ਹੋ ਜਾਂਦਾ ਹੈ, ਉਸ ਮਨੁੱਖ ਨੂੰ ਆਤਮਿਕ ਆਨੰਦ ਰੂਪੀ ਨਾਮ ਅੰਮ੍ਰਿਤ ਦਾ ਜਲ ਉਸ ਨੂੰ ਗੁਰੂ ਤੋਂ ਪ੍ਰਾਪਤ ਹੋ ਜਾਏ। ਤੋ ਇਉਂ ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਸਾਨੂੰ ਜੋ ਗੱਲਾਂ ਸਮਝਾਈਆਂ ਹਨ, ਉਹ ਪਹਿਲੀ ਤਾਂ ਗੱਲ ਇਹ ਹੈ ਕਿ ਅੰਮ੍ਰਿਤ ਉਹ ਅਵਸਥਾ ਹੈ ਜਦੋਂ ਮਨ ਦੇ ਵਿੱਚ ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ। ਜਦੋਂ ਮਨ ਦੇ ਵਿੱਚ ਪ੍ਰਭੂ ਦਾ ਨਿਵਾਸ ਹੁੰਦਾ ਹੈ ਤਾਂ ਅੰਮ੍ਰਿਤ ਵਾਲੀ ਅਵਸਥਾ ਮਨ ਦੀ ਬਣਦੀ ਹੈ, ਕਿਉਂਕਿ ਉੱਥੇ ਨਾਮ ਅੰਮ੍ਰਿਤ ਟਿਕ ਜਾਂਦਾ ਹੈ। ਤੇ ਇਹਦਾ ਨਤੀਜਾ ਕੀ ਹੁੰਦਾ ਹੈ ਕਿ ਉਹਦੇ ਮਨ ਦੇ ਵਿੱਚੋਂ, ਐਸੇ ਵਿਅਕਤੀ ਦੇ ਮਨ ਦੇ ਵਿੱਚੋਂ ਜਿਹੜੇ ਵਿਕਾਰ ਹਨ, ਲੱਭ ਲੋਭ ਅਹੰਕਾਰ, ਇਹ ਖਤਮ ਹੋ ਜਾਂਦੇ। ਪਰ ਨਾਲ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਜੋ ਅੰਮ੍ਰਿਤ ਦੀ ਪ੍ਰਾਪਤੀ ਹੈ, ਇਹ ਗੁਰੂ ਤੋਂ ਹੋਰ ਕਿਤੋਂ ਨਹੀਂ ਹੋ ਸਕਦੀ, ਕੇਵਲ ਗੁਰੂ ਤੋਂ ਹੀ ਹੋ ਸਕਦੀ ਹੈ। ਤੇ ਗੁਰੂ ਤੋਂ ਹੀ ਪ੍ਰਾਪਤੀ ਜਿਹੜੀ ਹੈ ਉਹ ਬੰਦਾ ਉਦੋਂ ਹੀ ਕਰ ਸਕਦਾ ਹੈ ਜਦੋਂ ਅਕਾਲ ਪੁਰਖ ਕਿਰਪਾ ਕਰਕੇ ਮਨੁੱਖ ਨੂੰ ਉਹਦੇ ਚਰਨਾਂ ਦੇ ਨਾਲ ਲਗਾ ਦੇਵੇ, ਗੁਰੂ ਦੀ ਸ਼ਰਨ ਦੇ ਵਿੱਚ ਲੈ ਜਾਵੇ ਤੇ ਗੁਰੂ ਦੀ ਚਰਨ ਧੂੜ ਭਾਵ ਗੁਰੂ ਦੀ ਸਿੱਖਿਆ ਉੱਤੇ ਚੱਲਣ ਦਾ ਜੋ ਬਲ ਬਖਸ਼ ਦੇ। ਤੋ ਇਉਂ ਸਤਿਗੁਰੂ ਜੀ ਸਮਝਾ ਰਹੇ ਹਨ ਇੱਥੇ ਸਾਨੂੰ ਕਿ ਅੰਮ੍ਰਿਤ ਕੋਈ ਉਹ ਅੰਮ੍ਰਿਤ ਨਹੀਂ ਜਿਹਦੇ ਲਈ ਬਾਕੀ ਸਾਰੀ ਦੁਨੀਆ ਜਿਸ ਦੀ ਭਾਲ ਦੇ ਵਿੱਚ ਭੱਜੀ ਫਿਰਦੀ ਹੈ। ਅੰਮ੍ਰਿਤ ਦੀ ਪ੍ਰਾਪਤੀ ਗੁਰੂ ਕੋਲੋਂ ਹੋਣੀ ਹੈ ਤੇ ਅੰਮ੍ਰਿਤ ਨਾਮ ਅੰਮ੍ਰਿਤ ਹੈ। ਜਦੋਂ ਨਾਮ ਅੰਮ੍ਰਿਤ ਮਨ ਦੇ ਵਿੱਚ ਵਸ ਜਾਂਦਾ ਹੈ ਤਾਂ ਵਿਕਾਰਾਂ ਤੋਂ ਮੁਕਤੀ ਹੋ ਕੇ ਗੁਰੂ ਦੀ ਕਿਰਪਾ ਦੇ ਨਾਲ ਸਦੀਵੀ ਆਨੰਦ ਦੀ ਅਵਸਥਾ, ਅੰਮ੍ਰਿਤ ਦੀ ਅਵਸਥਾ ਬਣ ਜਾਂਦੀ ਹੈ। ਇਸ ਅਵਸਥਾ ਦੇ ਵਿੱਚ ਫਿਰ ਨਾ ਤਾਂ ਮੌਤ ਦਾ ਡਰ ਹੈ, ਨਾ ਬੁਢਾਪੇ ਦਾ ਡਰ ਹੈ, ਨਾ ਜਵਾਨੀ ਦੇ ਗੁਆਚਣ ਦਾ ਡਰ ਹੈ, ਨਾ ਬਿਮਾਰੀਆਂ ਜਾਂ ਹੋਰ ਦੁਨਿਆਵੀ ਤਕਲੀਫਾਂ ਦਾ ਡਰ ਹੈ, ਕਿਉਂਕਿ ਇਹ ਆਨੰਦ ਦੀ ਅਵਸਥਾ ਹੈ। ਜਦੋਂ ਮਨੁੱਖ ਨਾਮ ਅੰਮ੍ਰਿਤ ਦੇ ਨਾਲ ਜੁੜ ਗਿਆ ਤਾਂ ਸਾਰੀਆਂ ਕਮਜ਼ੋਰੀਆਂ ਉਹਦੇ ਅੰਦਰੋਂ ਮੁੱਕ ਗਈਆਂ, ਤੇ ਜਦੋਂ ਕਮਜ਼ੋਰੀਆਂ ਨਹੀਂ ਅੰਦਰ ਹੈਗੀਆਂ ਤੇ ਡਰ ਵੀ ਨਾਲ ਹੀ ਮੁੱਕ ਜਾ। ਕਿਉਂਕਿ ਸਾਡੇ ਜਿੰਨੇ ਡਰ ਹਨ ਉਹਨਾਂ ਦਾ ਜੋ ਸੋਰਸ ਹੈ, ਉਹਨਾਂ ਦਾ ਸਰੋਤ ਹੈ, ਉਹ ਸਾਡੀਆਂ ਆਪਣੀਆਂ ਕਮਜ਼ੋਰੀਆਂ ਹੁੰਦੀਆਂ। ਜਦੋਂ ਮਨ ਦੇ ਵਿੱਚੋਂ ਵਿਕਾਰ ਦੂਰ ਹੋ ਜਾਂਦੇ ਹਨ, ਸਾਡੇ ਮਨ ਦੀਆਂ ਕਮਜ਼ੋਰੀਆਂ ਦੂਰ ਹੋ ਜਾਂਦੀਆਂ ਹਨ, ਤਾਂ ਫਿਰ ਇਹ ਆਨੰਦ ਦੀ ਅਵਸਥਾ ਹੈ, ਇਹ ਅੰਮ੍ਰਿਤ ਦੀ ਅਵਸਥਾ ਹੈ, ਖੇੜੇ ਦੀ, ਵਿਕਾਸ ਦੀ, ਆਨੰਦ ਦੀ ਅਵਸਥਾ ਬਣ ਜਾਂਦੀ। ਤੋ ਸਤਿਗੁਰੂ ਜੀ ਕਹਿੰਦੇ ਹਨ ਗੁਰੂ ਦੀ ਸ਼ਰਨ ਦੇ ਵਿੱਚ ਪਿਆ ਇਹ ਪ੍ਰਾਪਤ ਹੁੰਦਾ ਹੈ, ਪ੍ਰਭੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਪਰ ਇਹ ਗੁਰੂ ਦੇ ਦੱਸੇ ਰਾਹ ਦੇ ਉੱਤੇ ਚੱਲ ਕੇ ਇੱਕ ਵੇਖ ਪਰਸਨ ਆਇਆ, ਉਹਦੀ ਚਰਨ ਧੂੜ ਪਰਸਨ ਨਾਲ ਭਾਵ ਗੁਰੂ ਦੇ ਦੱਸੇ ਹੋਏ ਉਪਦੇਸ਼ ਦੇ ਉੱਤੇ ਚੱਲਣ ਦੇ ਨਾਲ ਇਹਦੀ ਪ੍ਰਾਪਤੀ। ਹੁਣ ਸਤਿਗੁਰੂ ਜੀ ਅੱਗੇ ਸਮਝਾਉਂਦੇ ਹਨ ਕਿ ਅੰਮ੍ਰਿਤ ਦੀ ਪ੍ਰਾਪਤੀ ਜਦੋਂ ਹੋ ਜਾਂਦੀ ਹੈ ਤਾਂ ਫਿਰ ਮਨੁੱਖ ਦੀ ਅਵਸਥਾ ਕੈਸੀ ਹੋ ਜਾਂਦੀ ਹੈ ਔਰ ਉਹਨਾਂ ਦਾ ਮਾਰਗ ਕੈਸਾ ਬਣ ਜਾਂਦਾ ਹੈ। ਇੱਥੇ ਸਤਿਗੁਰੂ ਜੀ ਨੇ ਜਿਹੜਾ ਅੰਮ੍ਰਿਤ ਦੀ ਪ੍ਰਾਪਤੀ, ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰ ਚੁੱਕਾ ਮਨੁੱਖ ਹੈ, ਹੁਣ ਸਤਿਗੁਰੂ ਜੀ ਉਹਨੂੰ ਭਗਤ ਦਾ ਨਾਮ ਲੈ ਕੇ
ਉਹਦੀ ਗੱਲ ਕਰਦੇ ਹਨ। ਸਤਿਗੁਰੂ ਫਰਮਾਉਂਦੇ ਹਨ, ਭਗਤਾਂ ਕੀ ਚਾਲ ਨਿਰਾਲੀ। ਆਓ ਸਭ ਤੋਂ ਪਹਿਲਾਂ ਇਸ ਪੌੜੀ ਦੀ ਪਾਠ ਕਰ ਲਈਏ ਇੱਕ ਵਾਰੀ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਤੇਰੀ, ਬਿਖਮ ਮਾਰਗ ਚੱਲਣਾ, ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ ਨਾ ਸਮਾਣੀ, ਕਹੈ ਨਾਨਕ ਚਾਲ ਭਗਤਾਂ, ਜੁਗੋ ਜੁਗ ਨਿਰਾਲੀ। ਹੁਣ ਸਤਿਗੁਰੂ ਜੀ ਅੰਮ੍ਰਿਤ ਦੀ ਅਵਸਥਾ, ਆਨੰਦ ਦੀ ਅਵਸਥਾ ਪ੍ਰਾਪਤ ਕਰ ਚੁੱਕੇ ਮਨੁੱਖ ਨੂੰ ਭਗਤ ਦਾ ਨਾਮ ਦਿੰਦੇ ਹੋਏ ਕਹਿੰਦੇ ਹਨ ਕਿ ਭਗਤਾਂ ਕੀ ਚਾਲ ਨਿਰਾਲੀ। ਜਿਹੜੇ ਮਨੁੱਖ ਪ੍ਰਭੂ ਦੇ ਨਾਮ ਸਿਮਰਨ ਦਾ ਆਨੰਦ ਮਾਣਦੇ ਹਨ, ਜਿਨ੍ਹਾਂ ਨੂੰ ਆਤਮਿਕ ਆਨੰਦ ਦੀ ਅਵਸਥਾ ਪ੍ਰਾਪਤ ਹੋ ਗਈ ਹੈ, ਉਹ ਮਾਣ ਰਹੇ ਹਨ। ਉਹਨਾਂ ਦੀ ਜਿਹੜੀ ਚਾਲ ਹੈ, ਚਾਲ ਭਾਵ ਜਗਤ ਨੂੰ, ਜਗਤ ਦੇ ਰਸਤੇ ਉੱਤੇ ਚੱਲਣ ਦੀ ਚਾਲ ਭਾਵ ਜੀਵਨ ਜੁਗਤੀ ਉਹਨਾਂ ਦੀ ਜੋ ਹੈ ਉਹ ਨਿਰਾਲੀ ਹੈ। ਉਹ ਆਮ ਮਨੁੱਖਾਂ ਵਰਗੀ ਨਹੀਂ ਹੈ, ਆਮ ਮਨੁੱਖਾਂ ਤੋਂ ਵੱਖਰੀ ਹੈ। ਨਿਰਾਲੀ ਹੈ, ਐਸੀ ਹੈ ਜਿਹੜੀ ਕਿਸੇ ਕਿਸੇ ਦੀ ਹੁੰਦੀ ਹੈ। ਤੋ ਇਹ ਨਿਰਾਲੀ ਗੱਲ ਹੈ, ਭਾਵ ਉਹਨਾਂ ਦੇ ਜੀਵਨ ਜੁਗਤੀ ਨਿਰਾਲੀ ਹੈ। ਉਹਨਾਂ ਦਾ ਜੀਵਨ ਜੀਣ ਦਾ ਢੰਗ ਜਿਹੜਾ ਹੈ ਉਹ ਬਿਲਕੁਲ ਨਿਰਾਲਾ ਹੈ, ਵੱਖਰਾ ਹੈ, ਅਨੋਖਾ ਹੈ। ਚਾਲਾਂ ਨਿਰਾਲੀ ਭਗਤਾਂ ਕੇ। ਹੁਣ ਇੱਥੇ ਸਤਿਗੁਰੂ ਜੀ ਫੇਰ ਦੁਬਾਰਾ ਕਹਿ ਰਹੇ ਹਨ ਕਿ ਜਿਹੜੇ ਭਗਤ ਜਨ ਹਨ, ਉਹਨਾਂ ਦੀ ਜੀਵਨ ਜੁਗਤੀ ਲੋਕਾਂ ਨਾਲੋਂ, ਆਮ ਲੋਕਾਂ, ਆਮ ਦੁਨਿਆਵੀ ਲੋਕਾਂ ਨਾਲੋਂ ਵੱਖਰੀ ਹੁੰਦੀ, ਹਮੇਸ਼ਾ ਵੱਖਰੀ ਹੁੰਦੀ। ਔਰ ਇਹ ਜਿਹੜੀ ਜੀਵਨ ਜੁਗਤੀ ਹੈ, ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਨਾ ਸਮਝ ਲੈਣਾ ਕਿ ਇਹ ਕੋਈ ਬੜਾ ਆਸਾਨ ਕੰਮ ਹੈ, ਕਿਉਂਕਿ ਭਗਤਾਂ ਦਾ ਜਿਹੜਾ ਰਸਤਾ ਹੁੰਦਾ ਹੈ ਉਹ ਬੜਾ ਔਖਾ ਹੁੰਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ ਕਿ ਬਿਖਮ ਮਾਰਗ ਚੱਲਣਾ। ਬਿਖਮ ਦਾ ਮਤਲਬ ਹੁੰਦਾ ਔਖਾ। ਇਹ ਬੜੇ ਔਖੇ ਰਸਤੇ ਤੇ ਚੱਲਣ ਵਾਲੀ ਗੱਲ ਹੈ। ਮਾਰਗ ਭਾਵ ਰਸਤਾ, ਕਿ ਜਿਹੜੀ ਜੀਵਨ ਜੁਗਤੀ ਭਗਤਾਂ ਦੀ ਹੈ ਉਹ ਔਖੇ ਰਾਹ ਤੇ ਚੱਲਣ ਵਾਲੀ। ਔਰ ਇਹਦੇ ਲੱਛਣ ਕੀ ਹਨ? ਹੁਣ ਪਿੱਛੇ ਜੋ ਫਰਮਾਇਆ ਸੀ ਉਹਨਾਂ ਨੇ, ਉਸੇ ਗੱਲ ਨੂੰ ਦੁਬਾਰਾ ਸਾਨੂੰ ਸਮਝਾ ਰਹੇ ਹਨ ਕਿ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ। ਜਿਹੜਾ ਲਬ ਲੋਭ ਭਾਵ ਜਿਹੜੀ ਲੋਭ ਹੈ, ਅਹੰਕਾਰ ਹੈ ਤੇ ਮਾਇਆ ਦੀ ਤ੍ਰਿਸ਼ਨਾ ਹੈ, ਇਹ ਜਿਹੜੀ ਹੈ ਤਜ ਭਾਵ ਇਹਨੂੰ ਛੱਡਦੇ। ਉਹਨਾਂ ਦੇ ਵਿੱਚ ਇਹਦੀ ਅਣਹੋਂਦ ਹੁੰਦੀ ਹੈ। ਲਬ ਲੋਭ ਭਾਵ ਲਾਲਚ ਨਹੀਂ ਹੁੰਦਾ, ਅਹੰਕਾਰ ਨਹੀਂ ਹੁੰਦਾ ਤੇ ਮਾਇਆ ਦੀ ਤ੍ਰਿਸ਼ਨਾ ਨਹੀਂ ਹੁੰਦੀ। ਇਹਨਾਂ ਨੂੰ ਛੱਡ ਕੇ ਜੀਵਨ ਜੁਗਤੀ ਬਣਦੀ। ਤੇ ਨਾਲ ਸਤਿਗੁਰੂ ਕਹਿ ਰਹੇ ਹਨ ਕਿ ਬਹੁਤ ਨਹੀਂ ਬੋਲਣਾ। ਹੁਣ ਇੱਥੇ ਬੋਲਣਾ ਦੇ ਅਰਥ ਕੀਤੇ ਜਾਂਦੇ ਹਨ ਕਿ ਉਹ ਆਪਣੇ ਆਪ ਦੇ ਬਾਰੇ ਆਪਣੀ ਸ਼ੋਭਾ ਨਹੀਂ ਕਰਦੇ, ਉਹ ਬਹੁਤਾ ਬੋਲਦੇ ਨਹੀਂ। ਕਈ ਦਾ ਅਰਥ ਇਉਂ ਵੀ ਕਰਦੇ ਹਨ ਕਿ ਉਹ ਦੁਨਿਆਵੀ ਜੋ ਗੱਲਾਂ ਹਨ, ਦੁਨਿਆਵੀ ਜੋ ਰੀਤੀਆਂ ਹਨ, ਉਹਨਾਂ ਤੋਂ ਅਲੇਪ ਰਹਿੰਦੇ ਹਨ, ਵੱਖਰੇ ਰਹਿੰਦੇ ਹਨ। ਭਾਵ ਇਹ ਕਿ ਜੋ ਭਗਤਾਂ ਦੀ ਨਿਰਾਲੀ ਜੀਵਨ ਜੁਗਤੀ ਹੈ, ਉਹਦੇ ਵਿੱਚ ਨਾ ਤਾਂ ਲਾਲਚ ਦੀ ਹੋਂਦ ਹੈ, ਨਾ ਅਹੰਕਾਰ ਦੀ ਹੋਂਦ ਹੈ, ਨਾ ਹੀ ਮਾਇਆ ਦੀ ਤ੍ਰਿਸ਼ਨਾ ਉਹਦੇ ਵਿੱਚ ਹੈ, ਤੇ ਨਾ ਹੀ ਉਹ ਆਪਣੇ ਆਪ ਨੂੰ ਬਹੁਤਾ ਦੁਨੀਆ ਦੇ ਸਾਹਮਣੇ ਆਪਣੀ ਤਾਰੀਫ ਕਰਦੇ ਹਨ, ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦੇ। ਔਰ ਇਹ ਪੱਕੀ ਗੱਲ ਹੈ ਕਿ ਭਗਤਾਂ ਦੀ ਜਿਹੜੀ ਜੀਵਨ ਜੁਗਤੀ ਹੈ ਉਹ ਬਾਕੀ ਦੁਨੀਆ ਤੋਂ ਬਹੁਤ ਨਿਰਾਲੀ ਹੁੰਦੀ ਹੈ, ਵੱਖਰੀ ਹੁੰਦੀ। ਤੋ ਸਤਿਗੁਰੂ ਕਹਿੰਦੇ ਹਨ ਕਿ ਇਹ ਜੋ ਜੀਵਨ ਜੁਗਤੀ ਦੀਆਂ ਨਿਸ਼ਾਨੀਆਂ, ਇਸ ਨਿਸ਼ਾਨੀ ਦੇ ਵਿੱਚ ਜੋ ਇਹ ਵਿਕਾਰ ਹਨ, ਇਹਨਾਂ ਦੀ ਅਣਹੋਂਦ ਹੋ ਜਾਂਦੀ ਹੈ। ਔਰ ਮਨੁੱਖ ਆਪਣੇ ਆਪ ਨੂੰ ਜਗਤ ਦੇ ਸਾਹਮਣੇ ਬਹੁਤਾ ਪ੍ਰਗਟ ਨਹੀਂ ਕਰਦਾ, ਆਪਣੇ ਗੁਣਾਂ ਨੂੰ ਜੋ ਹੈ ਉਹ ਬਹੁਤਾ ਪ੍ਰਗਟ ਨਹੀਂ ਕਰਦਾ। ਤੋ ਉਹ ਨਿਮਾਣਾ ਬਣ ਕੇ, ਜਿਹੜਾ ਇੱਕ ਗੁਰਮੁਖ ਹੈ ਉਹ ਨਿਮਾਣਾ ਬਣ ਕੇ ਜੀਵਨ ਬਤੀਤ ਕਰਦਾ ਹੈ, ਆਪਣੇ ਆਪ ਨੂੰ ਬਹੁਤਾ ਦੁਨੀਆ ਦੇ ਅੱਗੇ ਪ੍ਰਗਟ ਨਹੀਂ ਕਰਦਾ, ਆਪਣੀਆਂ ਤਾਰੀਫਾਂ ਨਾ ਕਰਦਾ ਹੈ ਤੇ ਨਾ ਹੀ ਉਹਨੂੰ ਇਹ ਪਸੰਦ ਹੋ। ਤੋ ਇਹ ਜਿਹੜਾ ਰਸਤਾ ਹੈ ਇਹ ਕੋਈ ਸੌਖਾ ਰਸਤਾ ਨਹੀਂ। ਸਤਿਗੁਰੂ ਅੱਗੇ ਫਰਮਾ ਰਹੇ ਹਨ ਕਿ ਖੰਨਿਓ ਤਿੱਖੀ ਵਾਲੋਂ ਨਿੱਕੀ, ਇਹ ਮਾਰਗ। ਖੰਨਿਓ ਭਾਵ ਖੰਡੇ ਜਾਂ ਤਲਵਾਰ ਨਾਲੋਂ ਤਿੱਖਾ ਕੋਈ ਰਸਤਾ ਹੋਵੇ, ਭਾਵ ਇਤਨਾ ਔਖਾ ਰਸਤਾ ਹੋਵੇ ਜਿੰਨਾ ਕੁ
ਤਲਵਾਰ ਦੀ ਧਾਰ ਦੇ ਉੱਤੇ ਚੱਲਣ ਵਾਲਾ ਰਸਤਾ ਜਿਹੜਾ ਹੈ ਉਹ ਔਖਾ ਹੁੰਦਾ ਹੈ। ਭਾਵ ਬਹੁਤ ਬਰੀਕ ਹੈ। ਵਾਲੋਂ ਨਿੱਕੀ, ਵਾਲ ਸਭ ਤੋਂ ਬਰੀਕ ਵਸਤੂ ਗਿਣੀ ਜਾਂਦੀ ਸੀ। ਸਤਿਗੁਰੂ ਜੀ ਨੇ ਉਹ ਜਿਹੜੀ ਐਗਜ਼ਾਮਪਲ ਵਰਤ ਕੇ ਕਿਹਾ ਕਿ ਵਾਲੋਂ ਨਿੱਕੀ, ਭਾਵ ਵਾਲਾਂ ਨਾਲੋਂ ਵੀ ਬਰੀਕ ਰਸਤਾ। ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀ ਭਗਤਾਂ ਦਾ ਜੀਵਨ ਹੈ ਉਹ ਏਤ ਮਾਰਗ ਜਾਣਾ, ਇਸ ਰਸਤੇ ਉੱਤੇ ਭਗਤਾਂ ਦੇ ਜੀਵਨ ਮਾਰਗ ਦੇ ਉੱਤੇ ਚੱਲਣਾ, ਜੀਵਨ ਸ਼ੈਲੀ ਦੇ ਉੱਤੇ ਚੱਲਣਾ ਇੰਨਾ ਕੁ ਔਖਾ ਹੈ ਜਿੰਨਾ ਕਿਸੇ ਖੰਡੇ ਦੀ ਧਾਰ ਦੇ ਉੱਤੇ ਚੱਲਣਾ ਹੈ ਜਾਂ ਇੱਕ ਵਾਲ ਦੇ ਉੱਤੇ ਚੱਲਣਾ ਹੈ। ਹੁਣ ਇਹਦਾ ਕੀ ਅਰਥ ਹੈ? ਇਹਦਾ ਅਰਥ ਹੈ ਕਿ ਇਹ ਇੰਨਾ ਔਖਾ ਰਸਤਾ ਹੈ ਜਿਹਦੇ ਤੋਂ ਜ਼ਰਾ ਕੁ ਵੀ ਬੰਦੇ ਦਾ ਧਿਆਨ ਹਟਿਆ ਨਹੀਂ ਤੇ ਇਸ ਰਸਤੇ ਤੋਂ ਬੰਦਾ ਡਿੱਗ ਪੈਂਦਾ। ਇਤਨਾ ਪਤਲਾ ਰਸਤਾ ਹੈ ਕਿ ਇਹਦੇ ਉੱਤੇ ਤੁਰਦੇ ਆ ਜ਼ਰਾ ਕੁ ਬੈਲੈਂਸ ਲੂਜ਼ ਨਹੀਂ ਹੋਇਆ ਤੇ ਉਹਦੇ ਨਾਲ ਦੇ ਨਾਲ ਹੀ ਮਨੁੱਖ ਉਸ ਰਸਤੇ ਤੋਂ ਡਿੱਗ ਪੈਂਦਾ। ਜਿਵੇਂ ਕਿਸੇ ਬਹੁਤ ਉੱਚੀ ਦੀਵਾਰ ਦੇ ਉੱਤੇ ਚੜ੍ਹ ਕੇ ਜਦੋਂ ਅਸੀਂ ਚੱਲਦੇ ਹਾਂ ਤਾਂ ਬੜਾ ਡਰ ਲੱਗਦਾ ਹੈ ਕਿ ਜ਼ਰਾ ਕੁ ਬੈਲੈਂਸ ਲੂਜ਼ ਹੋਇਆ ਤੇ ਅਸੀਂ ਗਿਰ ਜਾਵਾਂਗੇ। ਜਾਂ ਬਾਜ਼ੀਗਰ ਇੱਕ ਰੱਸੀ ਦੇ ਉੱਤੇ ਬੈਲੈਂਸ ਕਰਕੇ ਚੱਲਦਾ ਹੈ ਤੇ ਜਦੋਂ ਵੀ ਬੈਲੈਂਸ ਲੂਜ਼ ਹੁੰਦਾ ਹੈ ਥੱਲੇ ਡਿੱਗ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਹਨ ਬਿਲਕੁਲ ਇਸੇ ਤਰ੍ਹਾਂ ਦਾ ਇਹ ਮਾਰਗ ਹੈ ਜਿਹਦੇ ਉੱਤੇ ਬੈਲੈਂਸ ਲੂਜ਼ ਕਰਨਾ ਬੜਾ ਸੌਖਾ ਹੈ। ਭਾਵ ਜਿਹੜੀ ਗੱਲ ਸਤਿਗੁਰੂ ਜੀ ਨੇ ਉੱਪਰ ਕੀਤੀ ਹੈ, ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਇਹ ਉਹ ਚੀਜ਼ਾਂ ਹਨ ਜਿਹੜੀਆਂ ਮਨੁੱਖ ਨੂੰ ਇਸ ਰਸਤੇ ਦੇ ਉੱਤੋਂ ਉਹਦਾ ਤਵਾਜ਼ਨ ਜਿਹੜਾ ਹੈ ਕਿਸ ਵੇਲੇ ਹਿਲ ਜਾਏ। ਇਹਨਾਂ ਗੱਲਾਂ ਕਰਕੇ ਜਦੋਂ ਬੰਦਾ ਲਬ ਲੋਭ ਦੇ ਵਿੱਚ ਪੈ ਜਾਵੇ, ਅਹੰਕਾਰ ਦੇ ਵਿੱਚ, ਤ੍ਰਿਸ਼ਨਾ ਦੇ ਵਿੱਚ ਪੈ ਜਾਵੇ, ਆਪਣੇ ਆਪ ਨੂੰ ਵੱਡਾ ਦੱਸਣ ਦੇ ਵਿੱਚ ਪੈ ਜਾਵੇ ਤਾਂ ਫਿਰ ਮਾਨੋ ਇਹ ਕਿ ਇਸ ਰਸਤੇ ਦੇ ਉੱਤੋਂ ਬੰਦਾ ਡਿੱਗੇਗਾ ਹੀ ਡਿੱਗੇਗਾ। ਇਹ ਉਸਦੀਆਂ ਕੰਡੀਸ਼ਨਸ ਦੀ ਤਰ੍ਹਾਂ ਸਤਿਗੁਰੂ ਨੇ ਸਾਨੂੰ ਸਮਝਾਇਆ ਹੈ ਕਿ ਇਹ ਚਾਲ ਜਿਹੜੀ ਹੈ ਭਗਤਾਂ ਕੀ ਚਾਲ ਨਿਰਾਲੀ, ਔਰ ਜਿਹੜਾ ਬਿਖਮ ਮਾਰਗ ਹੈ ਉਹਦੇ ਉੱਤੇ ਇਹ ਸਾਰੀਆਂ ਸਾਨੂੰ ਸ਼ਰਤਾਂ ਪੂਰੀਆਂ ਕਰਕੇ ਹੀ ਚੱਲ ਸਕਦੇ ਹਾਂ। ਔਰ ਇਹ ਨਾ ਸਮਝਣਾ ਕਿ ਇਹ ਕੋਈ ਬੜਾ ਸੌਖਾ ਕੰਮ ਹੈ ਸ਼ਰਤਾਂ ਨੂੰ ਪੂਰਾ ਕਰਨਾ, ਸਗੋਂ ਇਹ ਇੰਨਾ ਔਖਾ ਹੈ ਜਿਵੇਂ ਖੰਡੇ ਧਾਰ ਰਸਤਾ ਹੋਵੇ ਤੇ ਵਾਲਾ ਵਰਗਾ ਪਤਲਾ ਰਸਤਾ ਹੋਵੇ, ਬਾਰੀਕ ਹੋਵੇ, ਉਹਦੇ ਉੱਤੇ ਚੱਲਣ ਦੇ ਬਰਾਬਰ ਹੈ। ਕਿਉਂਕਿ ਜ਼ਰਾ ਕੁ ਧੱਕਾ ਲੱਗਾ ਨਹੀਂ ਤੇ ਬੰਦਾ ਡਿੱਗਿਆ। ਪਰ ਨਾਲ ਹੀ ਸਤਿਗੁਰੂ ਜੀ ਸਾਨੂੰ ਇਹ ਸਮਝਾ ਰਹੇ ਹਨ ਕਿ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਔਰ ਵਾਸ਼ਨਾ ਸਮਾਨ। ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਦੇ ਨਾਲ ਆਪਣਾ ਆਪ ਭਾਵ, ਆਪਣਾ ਆਪਾ ਭਾਵ, ਆਪਣੀ ਹਉਮੈ, ਆਪਣੇ ਆਪ ਨੂੰ ਕੁਝ ਸਮਝਣ ਦੀ ਜੋ ਅਵਸਥਾ ਹੁੰਦੀ ਹੈ, ਜਦੋਂ ਗੁਰੂ ਦੀ ਕਿਰਪਾ ਦੇ ਨਾਲ ਭਾਵ ਗੁਰੂ ਦੇ ਦੱਸੇ ਹੋਏ ਜੀਵਨ ਰਾਹ ਦੇ ਉੱਤੇ ਚੱਲ ਕੇ, ਗੁਰੂ ਦੇ ਉਪਦੇਸ਼ ਨੂੰ ਅਪਣਾ ਕੇ, ਆਪਣੇ ਜੀਵਨ ਦੇ ਵਿੱਚ ਢਾਲ ਕੇ, ਜਿਸ ਨੇ ਆਪਣੇ ਆਪ ਨੂੰ ਤਜ ਦਿੱਤਾ, ਭਾਵ ਉਹ ਆਪਾ ਭਾਵ ਦਾ ਤਿਆਗ ਕਰ ਦਿੱਤਾ ਹੈ, ਉਹਦੇ ਵਾਸਤੇ ਹਰ ਵਾਸ਼ਨਾ ਸਮਾਣੀ। ਤਾਂ ਇਹ ਜੋ ਵਾਸ਼ਨਾਵਾਂ, ਮਾਇਕ ਵਾਸ਼ਨਾਵਾਂ ਜਿਨ੍ਹਾਂ ਦਾ ਸਤਿਗੁਰੂ ਜੀ ਨੇ ਪਹਿਲਾਂ ਜ਼ਿਕਰ ਕੀਤਾ ਹੈ, ਇਹ ਉਹ ਹਰੀ ਪ੍ਰਭੂ ਦੇ ਯਾਦ ਦੇ ਵਿੱਚ ਹੀ ਖਤਮ ਹੋ ਜਾਂਦੀ ਹੈ। ਉਹ ਜਿਹੜੇ ਸਾਨੂੰ ਥ੍ਰੈਟਨਿੰਗ ਜਿਹੜੀਆਂ ਚੀਜ਼ਾਂ ਹਨ, ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਗੁਰੂ ਦੇ ਦੱਸੇ ਰਾਹ ਦੇ ਉੱਤੇ ਅਸੀਂ ਤੁਰਨਾ ਸ਼ੁਰੂ ਕਰ ਦਿੰਦੇ ਹਾਂ ਤੇ ਹਰੀ ਪ੍ਰਭੂ ਦੇ ਯਾਦ ਦੇ ਵਿੱਚ ਸਾਰੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ, ਇਹ ਸਮਾ ਜਾਂਦੀਆਂ ਹਨ, ਖਤਮ ਹੋ ਜਾਂਦੀਆਂ। ਤੋ ਇਸ ਕਰਕੇ ਜਦੋਂ ਅਸੀਂ ਗੁਰੂ ਦੇ ਰਸਤੇ ਦੇ ਉੱਤੇ ਆਪਣਾ ਆਪਾ ਭਾਵ ਛੱਡ ਕੇ, ਆਪਣਾ ਆਪਾ ਭਾਵ ਛੱਡ ਕੇ ਅਸੀਂ ਜਦੋਂ ਗੁਰੂ ਦੇ ਰਸਤੇ ਦੇ ਉੱਤੇ ਤੁਰਦੇ ਹਾਂ, ਗੁਰੂ ਦੇ ਦੱਸੇ ਰਸਤੇ ਵਾਂਗ ਆਪਣਾ ਜੀਵਨ ਬਣਾਉਂਦੇ ਹਾਂ, ਤਾਂ ਫਿਰ ਹਰੀ ਪ੍ਰਭੂ ਦੀ ਯਾਦ ਦੇ ਵਿੱਚ ਹੀ ਸਾਰਾ ਕੁਝ ਆਟੋਮੈਟਿਕਲੀ ਖਤਮ ਹੋ ਜਾਂਦਾ ਹੈ। ਕਹੈ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਸਤਿਗੁਰੂ ਜੀ ਕਹਿੰਦੇ ਹਨ ਕਿ ਭਗਤਾਂ ਦੀ ਚਾਲ ਨਿਰਾਲੀ ਹੈ। ਇਹ ਨਿਰਾਲੀ ਹੈ ਜਿਵੇਂ ਸਤਿਗੁਰੂ ਨੇ ਅੱਗੇ ਸਮਝਾਇਆ ਹੈ ਸਾਨੂੰ। ਪਰ ਸਤਿਗੁਰੂ ਕਹਿ ਰਹੇ ਹਨ ਕਿ ਇਹ ਜੋ ਜੀਵਨ ਜੁਗਤੀ ਸਦਾ ਤੋਂ ਨਿਰਾਲੀ ਹੈ। ਇਹ ਜਦੋਂ ਤੋਂ ਦੁਨੀਆ ਬਣੀ ਹੈ, ਭਾਵ ਜਦੋਂ ਤੋਂ ਯੁੱਗ ਬਣੇ ਹਨ, ਹਰ ਯੁੱਗ ਦੇ ਵਿੱਚ ਭਗਤਾਂ ਦੀ ਚਾਲ ਜਿਹੜੀ ਹੈ ਇਹ ਨਿਰਾਲੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ। ਹਰ ਯੁੱਗ ਦੇ ਵਿੱਚ, ਹਰ ਸਮੇਂ ਦੇ ਵਿੱਚ, ਹਰ ਕਾਲ ਦੇ ਵਿੱਚ ਭਗਤਾਂ ਨੂੰ ਇਹੀ ਜੀਵਨ ਜਿਉਣਾ ਪੈਂਦਾ ਹੈ, ਉਸ ਪ੍ਰਭੂ ਦੇ ਨਾਲ ਜੁੜਨ ਵਾਸਤੇ, ਨਾਮ ਅੰਮ੍ਰਿਤ ਦੇ ਨਾਲ ਜੁੜਨ ਵਾਸਤੇ, ਆਨੰਦ ਦੇ ਨਾਲ ਜੁੜਨ ਵਾਸਤੇ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਭਗਤਾਂ ਦਾ ਜਿਹੜਾ ਰਸਤਾ ਹੈ ਅੰਮ੍ਰਿਤ ਦੀ ਪ੍ਰਾਪਤੀ ਤੋਂ ਬਾਅਦ, ਇਹ ਨਹੀਂ ਅਸੀਂ ਉਹਨੂੰ ਆਨੰਦ ਕਹਿ ਦਿੱਤਾ, ਸਦੀਵੀ ਆਨੰਦ ਕਹਿ ਦਿੱਤਾ ਜਿਸ ਦਾ ਅੰਤ ਨਹੀਂ ਹੈ, ਤਾਂ ਇਸ ਦਾ ਅਰਥ ਨਹੀਂ
ਕਿ ਉਸ ਤੋਂ ਬਾਅਦ ਰਸਤਾ ਬਸ ਇਉਂ ਹੀ ਹੋ ਗਿਆ ਕਿ ਬਸ ਹੁਣ ਅਸੀਂ ਤਾਂ ਮੰਜ਼ਿਲ ਪ੍ਰਾਪਤ ਕਰਕੇ ਬੈਠ ਗਏ। ਸਤਿਗੁਰੂ ਜੀ ਕਹਿੰਦੇ ਹਨ ਨਹੀਂ, ਉਸ ਤੋਂ ਬਾਅਦ ਵੀ ਜੋ ਜੀਵਨ ਹੈ ਭਗਤ ਦਾ, ਉਹ ਇੱਕ ਬੜਾ ਸੁਚੇਤ ਸਾਵਧਾਨਤਾ ਵਾਲਾ ਜੀਵਨ ਹੈ, ਜਿਹਦੇ ਵਿੱਚ ਹਮੇਸ਼ਾ ਇਹ ਧਿਆਨ ਰੱਖਣਾ ਹੈ ਕਿ ਵਿਕਾਰਾਂ ਦਾ ਜ਼ੋਰ ਜੀਵਨ ਦੇ ਵਿੱਚ ਕਦੇ ਨਾ ਪਵੇ। ਜ਼ਰਾ ਜਿਹੀ ਕਮਜ਼ੋਰੀ ਆਈ ਤਾਂ ਸਮਝ ਲਓ ਕਿ ਡਿੱਗਣ ਦਾ ਰਾਹ ਖੁੱਲ ਗਿਆ, ਅਡੋਲਤਾ ਖਤਮ ਹੋ ਗਈ ਤੇ ਮਨੁੱਖ ਧੜਾਮ ਕਰਕੇ ਥੱਲੇ ਡਿੱਗ ਪਿਆ। ਪਰ ਨਾਲ ਹੀ ਸਤਿਗੁਰੂ ਕਹਿੰਦੇ ਹਨ ਕਿ ਇਸ ਤੋਂ ਵੀ ਇੰਨਾ ਡਰਨ ਦੀ ਵੀ ਲੋੜ ਨਹੀਂ ਕਿ ਵੀ ਸ਼ਾਇਦ ਅਸੀਂ ਕਰ ਨਹੀਂ ਸਕਦੇ, ਕਿਉਂਕਿ ਕਰਨਾ ਤਾਂ ਉਦੋਂ ਹੀ ਹੈ ਜਦੋਂ ਗੁਰੂ ਦੀ ਕਿਰਪਾ ਹੋ ਜਾਣੀ ਹੈ। ਤੋ ਇਸ ਕਰਕੇ ਗੁਰੂ ਦੇ ਰਸਤੇ ਦੇ ਉੱਤੇ ਚੱਲ, ਪ੍ਰਭੂ ਦੇ ਨਾਲ, ਪ੍ਰਭੂ ਦੇ ਪ੍ਰੇਮ ਦੇ ਵਿੱਚ ਆਪਣੇ ਮਨ ਨੂੰ ਟਿਕਾ ਲੈ, ਤੇ ਪ੍ਰਭੂ ਦੇ ਪ੍ਰੇਮ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਮੁਸ਼ਕਲਾਂ ਬਹੁਤ ਵੱਡੀਆਂ ਦਿਸਦੀਆਂ ਹਨ, ਬੜੀਆਂ ਡਰਾਵਣੀਆਂ ਦਿਸਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਸਾਨੂੰ ਲੱਗਦਾ ਹੈ ਕਿ ਅਸੀਂ ਆਨੰਦ ਨਾ ਆਪਣਾ ਗਵਾ ਬਈਏ, ਪ੍ਰਾਪਤ ਕਰਕੇ ਵੀ ਨਾ ਗਵਾ ਬਈਏ, ਤਾਂ ਫਿਰ ਸਤਿਗੁਰੂ ਕਹਿੰਦੇ ਹਨ ਕਿ ਉਹ ਪ੍ਰਭੂ ਪ੍ਰੇਮ ਦੇ ਵਿੱਚ ਹੀ ਸਮਾ ਜਾਂਦੀਆਂ ਹਨ, ਬੜੀਆਂ ਛੋਟੀਆਂ ਹੋ ਜਾਂਦੀਆਂ ਹਨ ਤੇ ਗਵਾਚ ਜਾਂਦੀਆਂ ਹਨ, ਖਤਮ ਹੋ ਜਾਂਦੀਆਂ ਹਨ। ਤੋ ਸਤਿਗੁਰੂ ਜੀ ਕਹਿ ਰਹੇ ਹਨ ਕਿ ਬੇਸ਼ੱਕ ਇਹ ਰਾਹ ਬੜਾ ਔਖਾ ਹੈ, ਦੁਨੀਆ ਦੇ ਰਸਤਿਆਂ ਦੇ ਉੱਤੋਂ ਜਿਸ ਤਰ੍ਹਾਂ ਦੁਨੀਆ ਆਪਣਾ ਜੀਵਨ ਜੀਂਦੀ ਹੈ ਉਸ ਤੋਂ ਬੜਾ ਵੱਖਰਾ ਹੈ, ਉਸ ਤੋਂ ਵਿਪਰੀਤ ਹੈ, ਬੜੀਆਂ ਟੈਂਪਟੇਸ਼ਨਸ ਹਨ। ਪਰ ਇਹਨਾਂ ਸਾਰਿਆਂ ਤੋਂ ਛੁਟਕਾਰਾ ਪਾਉਣ ਦੇ ਲਈ ਸਤਿਗੁਰੂ ਜੀ ਸਾਨੂੰ ਗੁਰੂ ਦੀ ਸ਼ਰਨ ਪੈਣ ਦਾ ਰਸਤਾ ਜੋ ਹੈ ਉਹ ਦੱਸ ਰਹੇ। ਤੇ ਅੱਗੇ ਸਤਿਗੁਰੂ ਫਰਮਾ ਰਹੇ ਹਨ ਕਿ ਜਿਉਂ ਤੂੰ ਚਲਾਏ, ਜਿਵ ਤੂੰ ਚਲਾਏ ਤਿਵ ਚੱਲਾਂ ਸੁਆਮੀ। ਆਓ ਜ਼ਰਾ ਇਸ ਚੀਜ਼ ਨੂੰ ਆਪਾਂ, ਇਸ ਪੌੜੀ ਦਾ ਸਤਿਗੁਰੂ ਜੀ ਜੋ ਅਗਲੀ ਪੌੜੀ ਦੇ ਵਿੱਚ ਸਾਨੂੰ ਸਮਝਾ ਰਹੇ ਹਨ, ਉਹਦਾ ਪਾਠ ਕਰ ਲਈਏ ਜੀ। ਸਤਿਗੁਰੂ ਜੀ ਕਹਿੰਦੇ ਹਨ ਜਿਉਂ ਤੂੰ ਚਲਾਏ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੈ ਚੱਲੈ, ਜਿਨਾ ਮਾਰਗ ਪਾਵਹਿ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹਿ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵਹਿ। ਕਹੈ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵਹਿ। ਜਿਉ ਤੂੰ ਚਲਾਏ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਉ ਤੂੰ ਚਲਾਏ ਭਾਵ हे ਵਾਹਿਗੁਰੂ, हे ਪ੍ਰਭੂ ਜੀ, ਜਿਵੇਂ ਤੂੰ ਸਾਨੂੰ ਜੀਵਨ ਦੇ ਵਿੱਚ, ਜੀਵਨ ਦੇ ਮਾਰਗ ਉੱਤੇ ਤੂੰ ਚਲਾਉਂਦਾ ਹੈ, ਤੋਰਦਾ ਹੈ, ਤੇ ਚੱਲੈ ਸੁਆਮੀ, ਅਸੀਂ ਉਸੇ ਤਰ੍ਹਾਂ ਹੀ ਚੱਲਦੇ ਹਾਂ। हे ਪ੍ਰਭੂ ਜੀ, हे ਮੇਰੇ ਮਾਲਕ, ਅਸੀਂ ਉਸੇ ਤਰ੍ਹਾਂ ਹੀ ਚੱਲਦੇ ਹਾਂ। ਹੋਰ ਕਿਆ ਜਾਣਾ ਗੁਣ ਤੇਰੇ, ਮੈਂ ਤੇਰੇ ਹੋਰ ਗੁਣ ਨਹੀਂ ਜਾਣਦਾ। ਮੈਨੂੰ ਤਾਂ ਬਸ ਇਹੀ ਪਤਾ ਹੈ ਕਿ ਜਿਸ ਤਰ੍ਹਾਂ ਤੂੰ ਸਾਨੂੰ ਜੀਵਨ ਦੇ ਰਸਤੇ ਦੇ ਉੱਤੇ ਚਲਾਉਂਦਾ ਹੈ, ਇਹ ਮੇਰੇ ਮਾਲਕ, ਅਸੀਂ ਉਸੇ ਤਰ੍ਹਾਂ ਹੀ ਚੱਲਦੇ। ਉਹ ਮੈਨੂੰ ਤਾਂ ਇੰਨੀ ਹੀ ਸਮਝ ਲੱਗੀ ਹੈ, ਮੈਨੂੰ ਹੋਰ ਤੇਰੇ ਗੁਣਾਂ ਦੇ ਬਾਰੇ ਕੁਝ ਨਹੀਂ ਪਤਾ, ਕਿਉਂਕਿ ਮੈਂ ਉਹਨਾਂ ਨੂੰ ਸਮਝਣ ਜੋਗਾ ਨਹੀਂ। ਪਰ ਹਾਂ, ਮੈਨੂੰ ਇੰਨੀ ਗੱਲ ਜ਼ਰੂਰ ਸਮਝ ਆ ਗਈ ਹੈ ਕਿ ਸਾਡਾ ਜੀਵਨ ਉਸੇ ਤਰ੍ਹਾਂ ਹੀ ਚੱਲਣਾ ਹੈ, हे ਵਾਹਿਗੁਰੂ, ਜਿਵੇਂ ਤੂੰ ਚਲਾਏ। ਜਿਉ ਤੂੰ ਚਲਾਏ ਤਿਵੇਂ ਚੱਲੈ, ਜਿੰਨਾ ਮਾਰਗ ਪਾ। ਜਿਵ ਤੂੰ ਚਲਾਏ ਤਿਵੇਂ ਚੱਲੇ, ਵੀ ਤੂੰ ਜਿਸ ਤਰ੍ਹਾਂ ਤੂੰ ਚਲਾਉਂਦਾ ਹੈ, ਜਿਸ ਤਰ੍ਹਾਂ ਤੂੰ ਤੋਰਦਾ ਹੈ, ਉਸੇ ਤਰ੍ਹਾਂ ਹੀ ਅਸੀਂ ਤੁਰਦੇ ਹਾਂ। ਜਿਹੜੇ ਰਾਹ ਦੇ ਉੱਤੇ ਤੂੰ ਚਲਾਉਂਦਾ ਹੈ, ਜਿੰਨਾ ਮਾਰਗ ਪਾਵ ਹੈ, ਜਿਸ ਮਾਰਗ ਦੇ ਉੱਤੇ ਤੂੰ ਪਾਉਂਦਾ ਹੈ, ਜਿਸ ਰਸਤੇ ਦੇ ਉੱਤੇ ਤੂੰ ਚਲਾਉਂਦਾ ਹੈ, ਅਸੀਂ ਉਸੇ ਰਸਤੇ ਦੇ ਉੱਤੇ ਹੀ ਤੁਰਦੇ ਹਾਂ, ਉਵੇਂ ਹੀ ਤੁਰਦੇ ਹਾਂ ਜਿਵੇਂ ਤੂੰ ਚਲਾਉਂਦਾ। ਭਾਵ ਇਹ ਕਿ ਜੋ ਕੁਝ ਵੀ ਸਾਡਾ ਜੀਵਨ ਹੈ, हे ਵਾਹਿਗੁਰੂ, ਉਹ ਤੇਰੇ ਹੁਕਮ ਦੇ ਵਿੱਚ ਹੀ ਚੱਲ ਰਿਹਾ। ਜਿਵੇਂ ਤੂੰ ਚਲਾ ਰਿਹਾ ਹੈ, ਉਸੇ ਤਰ੍ਹਾਂ ਹੀ ਚੱਲ ਰਹੇ। ਜਿਸ ਮਾਰਗ ਤੇ ਤੂੰ ਤੋਰ ਰਿਹਾ ਹੈ, ਅਸੀਂ ਉਸੇ ਤਰ੍ਹਾਂ ਹੀ ਉਸੇ ਮਾਰਗ ਦੇ ਉੱਤੇ ਹੀ ਚੱਲ ਰਹੇ ਹਾਂ। ਭਾਵ ਜੇ ਮਨੁੱਖ ਸਤਿਗੁਰੂ ਦੇ ਦੱਸੇ ਰਸਤੇ ਦੇ ਉੱਤੇ ਚੱਲੇ ਵੀ, ਉਹਦੀ ਕਿਰਪਾ ਵੀ ਹੋ ਜਾਵੇ, ਨਾਮ ਅੰਮ੍ਰਿਤ ਦੀ ਪ੍ਰਾਪਤੀ ਵੀ ਹੋ ਜਾਵੇ, ਉਹ ਭਗਤ ਅਖਵਾਉਣ ਦੇ ਕਾਬਿਲ ਵੀ ਹੋ ਜਾਵੇ, ਤੇ ਉਹਦੇ ਮਨ ਦੀ ਅਵਸਥਾ ਸਤਿਗੁਰੂ ਜੀ ਇੱਥੇ ਡਿਸਕ੍ਰਾਈਬ ਕਰ ਰਹੇ ਹਨ ਕਿ हे ਵਾਹਿਗੁਰੂ, हे ਪ੍ਰਭੂ ਜੀ, ਜਿਸ ਤਰ੍ਹਾਂ ਤੁਸੀਂ ਚਲਾ ਰਹੇ ਹੋ, ਅਸੀਂ ਉਸੇ ਤਰ੍ਹਾਂ ਹੀ ਚੱਲ ਰਹੇ ਹਾਂ। ਜਿਸ ਮਾਰਗ ਦੇ ਉੱਤੇ ਤੁਸੀਂ ਚਲਾ ਰਹੇ ਹੋ, ਅਸੀਂ ਉਸੇ ਤਰ੍ਹਾਂ ਹੀ ਚੱਲ ਰਹੇ ਹਾਂ। ਭਾਵ ਕਿ ਮੈਂ ਜਿਸ ਥਾਂ ਤੇ ਵੀ ਹਾਂ,
ਅਗਰ ਮੇਰੀ ਕੁਝ ਪ੍ਰਾਪਤੀ ਹੈ ਤਾਂ ਉਹ ਮੈਂ ਨਹੀਂ ਕੀਤੀ ਹੈ। ਸੱਚੇ ਪਾਤਸ਼ਾਹ, ਹੈ ਵਾਹਿਗੁਰੂ ਜੀ, ਤੁਸੀਂ ਮੈਨੂੰ ਇਸ ਮਾਰਗ ਤੇ ਚਲਾ ਰਹੇ ਹੋ ਤੇ ਮੈਂ ਇਸ ਮਾਰਗ ਦੇ ਉੱਤੇ ਚੱਲਿਆ ਹਾਂ। ਜੋ ਕੁਝ ਵੀ ਹਾਂ ਉਹ ਆਪ ਦੀ ਕਿਰਪਾ ਦੇ ਨਾਲ ਹਾਂ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵੇ। ਭਾਵ ਕਿ ਜਿਨ੍ਹਾਂ ਨੂੰ ਆਤਮਿਕ ਆਨੰਦ ਦੇ ਰਸਤੇ ਤੇ ਤੋਰ ਲੈਂਦਾ ਹੈ, ਜਿਨ੍ਹਾਂ ਦੇ ਉੱਤੇ ਤੂੰ ਮਿਹਰ ਕਰ ਲੈਂਦਾ ਹੈ, ਉਹਨਾਂ ਨੂੰ ਆਪਣੇ ਨਾਮ ਦੇ ਨਾਲ ਜੋੜਦਾ ਹੈ। ਕਰ ਕਿਰਪਾ ਜਿਨ ਨਾਮ ਲਾਏ, ਜਿਨ੍ਹਾਂ ਦੇ ਉੱਤੇ ਕਿਰਪਾ ਕਰਕੇ ਤੂੰ ਉਹਨਾਂ ਨੂੰ ਆਪਣੇ ਨਾਮ ਦੇ ਨਾਲ ਜੋੜ ਲੈਂਦਾ ਹੈ, ਸੇ ਹਰ ਹਰ ਸਦਾ ਧਿਆਵੇ। ਉਹ ਫਿਰ ਉਸ ਹਰੀ ਪ੍ਰਭੂ ਨੂੰ ਸਿਮਰਦੇ ਹਨ, ਆਪਣੇ ਮਨ ਦੇ ਵਿੱਚ, ਆਪਣੇ ਧਿਆਨ ਦੇ ਵਿੱਚ ਵਸਾ ਲੈਂਦੇ ਹਨ। ਭਾਵ ਇਹ ਕਿ ਜੋ ਵੀ ਸਾਡੇ ਜੀਵਨ ਦੀ ਪ੍ਰਾਪਤੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਮਿਹਰ ਦੇ ਨਾਲ ਹੀ ਅਸੀਂ ਪ੍ਰਾਪਤ ਕਰ ਸਕਦੇ ਹਾਂ। ਤੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਕਿ ਜਿਨ੍ਹਾਂ ਨੂੰ ਤੂੰ ਆਪਣੀ ਕਥਾ ਸੁਣਾਉਂਦਾ ਹੈ, ਭਾਵ ਆਪਣੀ ਸਿਫਤ ਸਲਾਹ ਸੁਣਾਉਂਦਾ ਹੈ, ਆਪਣੀ ਸਿਫਤ ਸਲਾਹ ਦੇ ਨਾਲ ਜੋੜ ਦਿੰਦਾ ਹੈ, ਉਹਨਾਂ ਦੇ ਮਨ ਦੇ ਵਿੱਚ ਪ੍ਰੇਰਣਾ ਪਾ ਦਿੰਦਾ ਹੈ ਕਿ ਉਹ ਤੇਰੀ ਸਿਫਤ ਸਲਾਹ ਦੇ ਨਾਲ, ਤੇਰੀ ਕਥਾ ਸੁਣਾਏ ਆਪਣੀ, ਤੇਰੀ ਸਿਫਤ ਸਲਾਹ ਦੀ ਬਾਣੀ ਦੇ ਨਾਲ, ਤੇਰੀ ਸਿਫਤ ਸਲਾਹ ਦੇ ਨਾਲ ਜੁੜ ਜਾਣ। ਤਾਂ ਐਸੇ ਬੰਦੇ ਜਿਹੜੇ ਹਨ, ਸੇ ਗੁਰਦੁਆਰਾ ਸੁਖ ਪਾਵੇ। ਉਹ ਗੁਰੂ ਦੇ ਦਰ ਤੇ ਪਹੁੰਚ ਕੇ, ਭਾਵ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਸੁਖ ਪਾਉਂਦੇ ਹਨ, ਆਨੰਦ ਪਾਉਂਦੇ ਹਨ, ਆਤਮਿਕ ਆਨੰਦ ਪਾਉਂਦੇ ਹਨ। ਕਹੈ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵੈ। ਸਤਿਗੁਰੂ ਨਾਨਕ ਸਾਹਿਬ ਕਹਿ ਰਹੇ ਹਨ, ਸਤਿਗੁਰੂ ਜੀ ਫਰਮਾ ਰਹੇ ਹਨ ਕਿ ਹੇ ਨਾਨਕ, ਨਾਨਕ ਆਖਦਾ ਹੈ ਕਿ ਹੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਜੀਓ, ਸੱਚੇ ਸਾਹਿਬ ਜੀਓ, ਜਿਉ ਭਾਵੈ, ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਚਲਾਵੇ, ਉਸੇ ਤਰ੍ਹਾਂ ਹੀ ਤੂੰ ਸਾਨੂੰ ਜੀਵਨ ਦੇ ਰਾਹ ਉੱਤੇ, ਸਾਡੇ ਜੀਵਨ ਨੂੰ ਉਸੇ ਰਾਹ ਦੇ ਉੱਤੇ ਹੀ ਤੂੰ ਚਲਾਉਂਦਾ। ਭਾਵ ਇਹ ਕਿ ਇਹਨਾਂ ਤਿੰਨਾਂ ਪੌੜੀਆਂ ਦੀ ਜਿਹੜੀ ਗੱਲ ਸਤਿਗੁਰੂ ਜੀ ਨੇ ਸਾਨੂੰ ਬਾਰ-ਬਾਰ ਸਮਝਾਈ ਹੈ ਕਿ ਅੰਮ੍ਰਿਤ ਦੀ ਪ੍ਰਾਪਤੀ ਇੱਕ ਬੜੀ ਦੁਰਲਭ ਵਸਤੂ ਹੈ। ਅੰਮ੍ਰਿਤ ਦੀ ਖੋਜ ਸਾਰਾ ਜਗਤ ਕਰਦਾ ਫਿਰਦਾ ਹੈ ਪਰ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਪਰ ਜੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਏ ਬੰਦਾ, ਪ੍ਰਭੂ ਦੀ ਕਿਰਪਾ ਦੇ ਨਾਲ, ਜੇ ਬੰਦਾ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ, ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਉਹਦੇ ਉਪਦੇਸ਼ ਉੱਤੇ ਚੱਲਣਾ ਸ਼ੁਰੂ ਕਰ ਦੇਵੇ, ਤਾਂ ਮਨ ਦੇ ਵਿੱਚ ਉਸ ਪ੍ਰਭੂ ਦਾ ਵਾਸਾ ਹੋ ਜਾਂਦਾ ਹੈ, ਨਾਮ ਦਾ ਵਾਸਾ ਹੋ ਜਾਂਦਾ ਹੈ। ਅਤੇ ਨਾਮ ਦਾ ਵਾਸਾ ਹੋਣ ਦੇ ਨਾਲ ਮਨੁੱਖ ਦਾ ਜੀਵਨ ਬੜਾ ਚੰਗਾ ਜੀਵਨ, ਉੱਚਾ ਜੀਵਨ ਬਣ ਜਾਂਦਾ ਹੈ, ਜਿਹਦੇ ਚ ਵਿਕਾਰ ਖਤਮ ਹੋ ਜਾਂਦੇ ਹਨ। ਇਹ ਅੰਮ੍ਰਿਤ ਪ੍ਰਾਪਤੀ ਦੀ ਅਵਸਥਾ, ਇਹ ਉਹ ਅਵਸਥਾ ਹੈ ਜਿਹਦੇ ਚ ਆਨੰਦ ਹੈ, ਵਿਗਾਸ ਹੈ, ਅੰਮ੍ਰਿਤ ਹੈ। ਤੇ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਜਿਹੜੀ ਗੱਲ ਸਾਨੂੰ ਸਮਝਾਈ ਕਿ ਉਸ ਤੋਂ ਬਾਅਦ ਵੀ ਫਿਰ ਜੀਵਨ ਜੋ ਹੈ, ਅੰਮ੍ਰਿਤ ਪ੍ਰਾਪਤ ਕਰਨ ਤੋਂ ਬਾਅਦ ਵੀ ਜੀਵਨ ਜੋ ਹੈ ਉਹ ਨਿਰਾਲੇ ਢੰਗ ਨਾਲ ਜਿਉਣਾ ਪਵੇ। ਉਹਦੇ ਵਿੱਚ ਇਹਨਾਂ ਪ੍ਰੋਬਲਮਸ ਤੋਂ ਬਚਣਾ ਪਵੇਗਾ। ਲਵ, ਲੋਭ, ਅਹੰਕਾਰ, ਤਜ, ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਤੇ ਫਿਰ ਸਤਿਗੁਰੂ ਜੀ ਕਹਿੰਦੇ ਹਨ ਕਿ ਬੜਾ ਔਖਾ ਰਸਤਾ ਹੈ, ਸਦਾ ਸਾਵਧਾਨਤਾ, 24 ਘੰਟੇ ਸਾਵਧਾਨਤਾ ਵਰਤਣੀ ਹੈ ਤੇ ਤਾਂ ਇਹਦੇ ਉੱਤੇ ਅਸੀਂ ਚੱਲ ਸਕਦੇ ਹਾਂ। ਕਿਉਂਕਿ ਇੱਕ ਵਾਰ, ਇੱਕ ਪਲ, ਛਿਣ ਦੇ ਲਈ ਵੀ ਅਸੀਂ ਆਪਣੇ ਆਪ ਨੂੰ ਵਿਕਾਰਾਂ ਦੇ ਹੇਠ ਕੀਤਾ ਨਹੀਂ ਤੇ ਆਨੰਦ ਜੋ ਹੈ ਉਹ ਸਾਡੇ ਕੋਲੋਂ ਖੁੱਸ ਜਾਏਗਾ। ਪ੍ਰਭੂ ਦਾ ਨਾਮ ਅੰਮ੍ਰਿਤ ਸਾਡੇ ਕੋਲੋਂ ਖੁੱਸ ਜਾਏਗਾ। ਕਿਉਂਕਿ ਜਦੋਂ ਹੀ ਮਨੁੱਖ ਦਾ ਮਨ ਵਿਕਾਰਾਂ ਦੇ ਹੇਠ ਆ ਜਾਂਦਾ ਹੈ, ਉਦੋਂ ਉਹ ਸੁੱਖ ਦੀ, ਪਰਮ ਆਨੰਦ ਦੀ ਪ੍ਰਾਪਤੀ ਜੋ ਹੈ ਉਹ ਖਤਮ ਹੋ ਜਾਂਦੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਆਮ ਦੁਨੀਆ ਤੋਂ ਵੱਖਰੀ ਜੀਵਨ ਸ਼ੈਲੀ ਅਪਣਾ ਕੇ ਭਗਤ ਜਨ ਜਿਹੜੇ ਹਨ ਇਸ ਨਾਮ ਅੰਮ੍ਰਿਤ ਦੀ ਸੰਭਾਲ ਕਰਦੇ। ਤੇ ਅੱਗੇ ਸਤਿਗੁਰੂ ਜੀ ਕਹਿੰਦੇ ਹਨ, ਪਰ ਇਹ ਸਾਰਾ ਕੁਝ ਕਰਨ ਦੇ ਵਾਸਤੇ ਜੇ ਤੂੰ ਚਲਾਏ ਤੇ ਚੱਲਾ ਸੁਆਮੀ, ਤੇ ਚੱਲਾ ਸੁਆਮੀ, ਹੋਰ ਕਿਆ ਜਾਣਾ ਗੁਣ ਕੀ। ਕਿ ਜਿਸ ਤਰ੍ਹਾਂ ਤੂੰ ਚਲਾਉਂਦਾ ਹੈ ਉਸੇ ਤਰ੍ਹਾਂ ਹੀ ਅਸੀਂ ਚੱਲਦੇ ਹਾਂ। ਇਹ ਸਭ ਕੁਝ ਤੇਰੀ ਰਜ਼ਾ, ਤੇਰੇ ਹੁਕਮ ਦੇ ਵਿੱਚ ਹੋ ਰਿਹਾ ਹੈ। ਜਿਹਦੇ ਤੇ ਤੂੰ ਕਿਰਪਾ ਕਰਦਾ ਹੈ ਉਹਦੇ ਮਨ ਦੇ ਵਿੱਚ ਪ੍ਰਭੂ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ। ਜਿਹਨੂੰ ਤੂੰ ਆਪਣੀ ਸਿਫਤ ਸਲਾਹ ਦੇ ਨਾਲ ਜੋੜਦਾ ਹੈ ਉਹ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਆਨੰਦ ਦੀ ਪ੍ਰਾਪਤੀ ਕਰ ਲੈਂਦੇ ਹਨ। ਤੇਰੀ ਸ਼ਰਨ ਦੇ ਵਿੱਚ ਪਿਆ ਹੀ, ਤੇਰੀ ਪ੍ਰਸੰਨਤਾ ਪ੍ਰਾਪਤ ਕੀਤਿਆਂ ਹੀ ਗੁਰੂ ਦੀ ਸ਼ਰਨ ਦੇ ਵਿੱਚ ਪਈਦਾ ਹੈ ਤੇ ਗੁਰੂ ਦੀ ਸ਼ਰਨ ਦੇ ਵਿੱਚ ਪੈਣ ਦੇ ਨਾਲ ਹੀ ਨਾਮ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਸੋ ਹੇ ਮੇਰੇ ਮਨ,
ਉਸ ਪ੍ਰਭੂ ਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਚੱਲ ਤੇ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਦੱਸੇ ਉਪਦੇਸ਼ ਉੱਤੇ ਅਮਲ ਕਰ ਤੇ ਅੰਮ੍ਰਿਤ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰ। ਇੰਨੀਆਂ ਵਿਚਾਰਾਂ ਨੂੰ ਪ੍ਰਵਾਨ ਕਰਨਾ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਿਤਾ ਜੀ ਨੇ ਜਿਹੜੀਆਂ ਅੱਜ ਪੌੜੀਆਂ ਅਸੀਂ ਤਿੰਨਾਂ ਦੀ ਵਿਚਾਰ ਕੀਤੀ ਹੈ। ਪਹਿਲੀ ਪੌੜੀ ਜੋ 13ਵੀਂ ਪੌੜੀ ਸੀ, ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਗੱਲ ਸਮਝਾਈ। ਸਵਾਲ ਖੜੇ ਹੋਏ, ਇੱਕ ਅੰਮ੍ਰਿਤ ਕੀ ਚੀਜ਼ ਹੈ, ਅੰਮ੍ਰਿਤ ਕਿੱਥੇ ਹੈ, ਅੰਮ੍ਰਿਤ ਕਿੱਥੋਂ ਮਿਲਦਾ ਹੈ, ਅੰਮ੍ਰਿਤ ਕੌਣ ਦਿੰਦਾ ਹੈ। ਇਹ ਬੜੇ ਮਹੱਤਵਪੂਰਨ ਜਿਹੇ ਸਵਾਲ ਹਨ ਜਿਹੜੇ ਸਾਨੂੰ ਸਮਝਣ ਦੀ ਵੀ ਲੋੜ ਹੈ, ਜਿਹਨੂੰ ਵੀ ਕੀਰਤਨ ਸਿੰਘ ਜੀ ਨੇ ਸਮਝਾਇਆ ਹੈ। ਦੁਨੀਆ ਦੇ ਵਿੱਚ ਅੱਜ ਅੰਮ੍ਰਿਤ ਦੇ ਸ਼ਬਦ ਨੂੰ ਬਹੁਤ ਹੀ ਹੋਰ ਢੰਗ ਨਾਲ ਵਰਤਿਆ ਜਾ ਰਿਹਾ ਹੈ। ਜੋ ਸਪਸ਼ਟ ਜੀ ਗੱਲ ਇੱਥੋਂ ਸਮਝ ਆਉਂਦੀ ਹੈ ਵੀ ਗੁਰਮਤਿ ਅਨੁਸਾਰ ਅੰਮ੍ਰਿਤ ਜਿਹੜਾ ਹੈ ਉਹ ਵਾਹਿਗੁਰੂ ਜੀ ਦਾ ਨਾਮ ਹੈ, ਪਰਮਾਤਮਾ ਦਾ ਨਾਮ ਹੈ। ਅੰਮ੍ਰਿਤ ਗਿਆਨ ਹੈ, ਆਤਮ ਗਿਆਨ ਹੈ। ਅੰਮ੍ਰਿਤ ਇੱਕ ਆਨੰਦਮਈ ਜੀਵਨ ਹੈ। ਜਿਸ ਜੀਵਨ ਵਿੱਚ ਵਿਚਰਦੇ ਹੋਇਆ ਸੁਰਤ ਹਮੇਸ਼ਾ ਸਾਈਂ ਦੇ ਨਾਲ ਜੁੜੀ ਰਹਿੰਦੀ ਹੈ, ਵਾਹਿਗੁਰੂ ਦੇ ਨਾਲ ਜੁੜੀ ਰਹਿੰਦੀ ਹੈ। ਇਹ ਅੰਮ੍ਰਿਤ ਉਹ ਚੀਜ਼ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈਏ ਸਭ ਤਿਖਾ ਬੁਝਾਈ। ਇੱਥੇ ਇੱਕ ਗੱਲ ਜਿਹੜੀ ਸਮਝ ਆਉਂਦੀ ਹੈ ਵੀ ਅੰਮ੍ਰਿਤ ਹੈ ਕੀ, ਕਿੱਥੇ ਹੈ, ਉਹ ਗੁਰੂ ਪਾਤਸ਼ਾਹ ਜੀ ਨੇ ਉਹ ਵੀ ਗੱਲ ਸਮਝਾ ਦਿੱਤੀ। ਨੌਨਿਧ ਅੰਮ੍ਰਿਤ, नौनित अमृत प्रभ का नाम, देही मैं इसका विश्राम। फिर एक होर जगह गुरु पातशाह दसदे ने, अमृत खूटा अमृत अंतर खूटा अमृत भरिया, शब्दे काढ़ पिया पनहारी। ये अंदर साडे नाम अमृत है। जिहड़ी गल असीं पढ़दे हां, जिस जल निध कारण तुम जग आए, सो अमृत गुर पाही जियो। इहदा मतलब अमृत गुरु दे कोल है। मिलदा कदों है, छोड़ो वेश भेख चुतराई, दुबदा ये फल नाही जियो। उधर कोई चीज़ां छड्डियां पैंदियां ने, कोई चीज़ां ग्रहण करनियां पैंदियां ने। ये नाम अमृत कर्म कांडां दे नाल जां होर ढंगां दे नाल नहीं मिलदा। इहदी प्राप्ति दा साधन केवल गुरु दी किरपा है। गुरु सदा कायम रहण वाला नाम साडी झोली च पाउंदा, साडे अंदर टिकाउंदा है, तो फिर साडी दृष्टि जिहड़ी है विशाल हो जाती है। उस दृष्टि की गल है जिथे ना कोई बैरी नहीं बेगाना की गल सानूं आउंदी है। अमृत दा संकल्प यह है कि जिहड़ा मनुख नाम अमृत पींदा है, उसका जन्म गुरु घर च हो जाता है। गुरु घर च जन्म होने करके फिर उन्होंने बार बार जन्म मरण के चक्कर च नहीं पैंदा। सतगुरु का जन्म है, गबन मिटाया। अमर थिया फिर ना मुआ, कल कलेशा दुख हरे। और अमृत लई बड़े बड़े तप साधना कीतियां लोकां ने, तपस्वियां कई जल धारे कीते, कर्म कांड कीते, पर उन्होंने ये अमृत की प्राप्ति ना हुई। सतगुरु जी ने बड़ी कृपा की। गुरु नानक देव महाराज दे इस मार्ग ने घर बैठिया गृहस्थी जीवन विच ही इस नाम अमृत की दात बख्श के निहाल करता। पर इस नाम अमृत की सार वही जानता है जिहड़ा इहदा व्यापारी हो। अमृत की सार सोई जाने जो अमृत का व्यापारी जियो। तो सतगुरु जी ने, गुरु पातशाह जी ने ये गल सानू समझा दी। हुण सवाल यह है कि ये जिहड़ा नाम अमृत जिहदी वडियाई सतगुरु ने श्री गुरु ग्रंथ साहिब अंदर कीती है, ये फिर असी एक अमृत नूं, इस अमृत नूं बहुत सारे होर छोटे छोटे नावां नाल वरत लैंदे आ। जिवें जिथे असी पैर धोंदे आ, जिन्हों असी कह दईए उहनूं भी असी अमृत कह दिंदे आ।
ਬੜੀ ਹੈਰਾਨੀ ਦੀ ਗੱਲ ਹੈ, ਉੱਥੋਂ ਤੇ ਚੂਲੀ ਭਰ ਕੇ ਅਸੀਂ ਪੀ ਵੀ ਲੈਂਦੇ ਹਾਂ ਜੀ, ਅੰਮ੍ਰਿਤ ਪੀ ਲਿਆ। ਬੜੀ ਹੈਰਾਨੀ ਦੀ ਗੱਲ ਹੈ। ਜਿਹੜੀ ਚੀਜ਼ ਗੁਰੂ ਪਾਤਸ਼ਾਹ ਜੀ ਨੇ ਜਿਹਨੂੰ ਅੰਮ੍ਰਿਤ ਦਾ ਨਾਮ ਹੀ ਨਹੀਂ ਦਿੱਤਾ, ਅਸੀਂ ਉਹਨੂੰ ਵੀ ਅੰਮ੍ਰਿਤ ਭਰ ਕੇ ਪੀ ਲੈਂਦੇ ਹਾਂ। ਜਿਹੜੇ ਇਸ ਨਾਮ ਅੰਮ੍ਰਿਤ ਦੀ ਵਡਿਆਈ ਸਤਿਗੁਰੂ ਨੇ ਬਾਣੀ ਦੇ ਵਿੱਚ ਕੀਤੀ ਹੈ, ਉਹ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪਹੁਲ ਦੇ ਕੇ ਉਹਨੂੰ ਸਪੂਰਨਤਾ ਤੇ ਲਿਆਤਾ। ਜਿਵੇਂ ਬੀਜ ਬੀਜਣ ਤੋਂ ਪਹਿਲਾਂ ਧਰਤੀ ਨੂੰ ਤਿਆਰ ਕੀਤਾ ਜਾਂਦਾ ਹੈ, ਸਾਧਿਆ ਜਾਂਦਾ ਹੈ, ਵਾਹਿਆ ਜਾਂਦਾ ਹੈ, ਸਵਾਰਿਆ ਜਾਂਦਾ ਹੈ, ਤਾਂ ਉੱਥੇ ਫਸਲ ਚੰਗੀ ਉਗ ਸਕਦੀ ਹੈ। ਜਿਹੜੀ ਖੰਡੇ ਬਾਟੇ ਦੀ ਪੌਲ ਹੈ, ਸਾਡੀ ਸਰੀਰ ਰੂਪੀ ਧਰਤੀ ਨੂੰ ਸਵਾਰਨ ਦੀ ਗੱਲ ਹੈ, ਜਿੱਥੇ ਅਸੀਂ ਅੰਮ੍ਰਿਤ ਨਾਮ ਦਾ ਬੀਜ ਬੀਜਣਾ ਹੈ। ਖੰਡੇ ਬਾਟੇ ਦੀ ਪਹੁਲ ਉਹ ਚੀਜ਼ ਹੈ। ਅੰਮ੍ਰਿਤ ਫਲ ਦੀ ਪ੍ਰਾਪਤੀ ਲਈ ਸਾਨੂੰ ਸਰੀਰ ਰੂਪੀ ਇਸ ਧਰਤੀ ਨੂੰ ਗੁਰਮਤ ਦੀ ਰਹਿਣੀ ਬਹਿਣੀ ਸਹਿਣੀ ਵਿੱਚ ਬਿਲਕੁਲ ਪੂਰੀ ਤਰ੍ਹਾਂ ਸਾਧਨਾ ਪਵੇਗਾ। ਤੇ ਖੰਡੇ ਬਾਟੇ ਦੀ ਪਹੁਲ ਕੀ ਹੈ? ਇੱਕ ਡਿਸਿਪਲਿਨਡ ਲਾਈਫ, ਆਪਣੀ ਰਹਿਣੀ ਬਹਿਣੀ ਤੇ ਸਹਿਣੀ ਨੂੰ ਗੁਰੂ ਮਰਿਆਦਾ ਮੁਤਾਬਕ ਕਰਨਾ, ਗੁਰੂ ਨਾਲ ਇੱਕ ਬਚਨ ਦੇਣਾ, ਪ੍ਰਣ ਕਰਨਾ, ਗੁਰੂ ਨਾਲ ਵਾਅਦਾ ਕਰਨਾ। ਹੋਰ ਖੰਡੇ ਬਾਟੇ ਦੀ ਪਹੁਲ ਕੀ ਹੈ? ਕਿ ਸਤਿਗੁਰੂ ਜੀ, ਅੱਜ ਤੋਂ ਬਾਅਦ ਅਸੀਂ ਤੁਹਾਡੀ ਬਖਸ਼ੀ ਹੋਈ ਮਤ ਮੁਤਾਬਕ ਜ਼ਿੰਦਗੀ ਨੂੰ ਜੀਵਾਂਗੇ। ਇਹੋ ਹੀ ਹੈ ਗੁਰਮਤਿ ਦੀ ਰਹਿਣੀ ਬਹਿਣੀ ਤੇ ਸਹਿਣੀ, ਆਪਣੇ ਜੀਵਨ ਨੂੰ ਸਾਧਣਾ। ਇਹਦੇ ਵਿੱਚ ਆਉਂਦਾ ਅੰਮ੍ਰਿਤ ਵੇਲੇ ਦਾ ਜਾਗਣਾ, ਇਸ਼ਨਾਨ ਕਰਨਾ, ਨਾਮ ਬਾਣੀ ਦਾ ਅਭਿਆਸ ਕਰਨਾ, ਨਾਮ ਨਾਲ ਜੁੜਨਾ, ਵਾਹਿਗੁਰੂ ਨਾਲ ਜੁੜਨਾ। ਇਹ ਗੁਰਮਤਿ ਅੰਮ੍ਰਿਤ ਖੰਡੇ ਬਾਟੇ ਦੀ ਪਹੁਲ ਇਹੀ ਤਾਂ ਦੱਸਦੀ ਹੈ। ਇੱਕ ਡਿਸਿਪਲਿਨਡ ਲਾਈਫ ਦਿੰਦੀ ਹੈ ਵੀ ਐਵੇਂ ਅੱਜ ਛੱਡ ਨਾ ਦੇਈ, ਕਿਤੇ ਛੱਡ ਕੇ ਅੱਜ ਕਰ ਲਿਆ ਕੱਲ ਨਾ ਕੀਤਾ ਨਾ। ਇੱਕ ਡਿਸਿਪਲਿਨਡ ਲਾਈਫ ਖੰਡੇ ਬਾਟੇ ਦੀ ਪਹੁਲ ਨੇ ਸਾਨੂੰ ਦਿੱਤੀ ਹੈ। ਜਿਵੇਂ ਅਸੀਂ ਆਮ ਤੌਰ ਤੇ ਇੱਕ ਉਦਾਹਰਨ ਵੀ ਦਿੰਦੇ ਹਾਂ, ਨਲਕੇ ਦਾ, ਆਮ ਟਿਊਬਵੈਲਾਂ ਦਾ ਬੋਰ ਕਰੀਦਾ, ਪਾਣੀ ਕੱਢਣ ਲਈ ਧਰਤੀ ਦੇ ਵਿੱਚੋਂ। ਧਰਤੀ ਵਿੱਚ ਪਾਣੀ ਹੈ, ਪਰ ਜਦੋਂ ਅਸੀਂ ਬੋਰ ਕਰਦੇ ਹਾਂ ਤਾਂ ਸਾਨੂੰ ਪਹਿਲਾਂ ਬਾਹਰੋਂ ਪਾਣੀ ਪਾਉਣਾ ਪੈਂਦਾ ਉਹਦੇ ਵਿੱਚ। ਜਦੋਂ ਪਾਣੀ ਨਾਲ ਭਰ ਜਾਂਦਾ, ਫਿਰ ਉਹਦਾ ਪ੍ਰੈਸ਼ਰ ਨਾਲ ਪਾਣੀ ਜਿਹੜਾ ਸਾਰਾ ਅੰਦਰਲਾ ਬਾਹਰ ਆਉਣਾ ਸ਼ੁਰੂ ਹੋ ਜਾਂਦਾ। ਬਿਲਕੁਲ ਇਸੇ ਤਰ੍ਹਾਂ ਹੀ ਸਾਡੇ ਅੰਦਰ ਨਾਮ ਅੰਮ੍ਰਿਤ ਦੀ ਦਾਤ ਹੈ, ਪਰ ਖੰਡੇ ਬਾਟੇ ਦੀ ਪਹੁਲ ਲੈ ਕੇ ਜਦੋਂ ਅਸੀਂ ਗੁਰਮਤਿ ਰਹਿਣੀ ਬਹਿਣੀ ਤੇ ਸਹਿਣੀ ਦੇ ਵਿੱਚ ਜੀਵਨ ਜਿਉਂਦੇ ਹਾਂ, ਸਾਧਨਾ ਕਰਦੇ ਹਾਂ, ਭਾਵ ਆਪਣੇ ਜੀਵਨ ਨੂੰ ਸਾਧਦੇ ਹਾਂ ਉਹਦੇ ਮੁਤਾਬਕ, ਤਾਂ ਅੰਦਰਲਾ ਨਾਮ ਅੰਮ੍ਰਿਤ ਵੀ ਸਾਡੇ ਅੰਦਰ ਪ੍ਰਗਟ ਹੋ ਜਾਂਦਾ। ਜਦੋਂ ਅਸੀਂ ਗੁਰੂ ਦੀ ਰਹਿਣੀ ਬਹਿਣੀ ਤੇ ਸਹਿਣੀ ਤੇ ਤੁਰਦੇ ਹਾਂ, ਤਾਂ ਇਹਦਾ ਨਾਮ ਖੰਡੇ ਬਾਟੇ ਦੀ ਪਹੁਲ ਸੀ। ਅੰਮ੍ਰਿਤ ਨਾਮ ਕਦੋਂ ਪਿਆ, ਕਿਸ ਤਰ੍ਹਾਂ ਪਿਆ, ਅਜੇ ਤੱਕ ਵੀ ਕੋਈ ਗੱਲ ਸਪਸ਼ਟ ਨਹੀਂ ਹੁੰਦੀ। ਪਰ ਜਦੋਂ ਅਸੀਂ ਰਹਿਤਨਾਮਿਆਂ ਨੂੰ ਦੇਖਦੇ ਹਾਂ, ਪ੍ਰਥਮ ਰਹਿਤ ਹੀ ਜਾਨ ਖੰਡੇ ਕੀ ਪੌਲ ਛਕੇ, ਭਾਈ ਦੇਸਾ ਸਿੰਘ ਜੀ ਦਾ ਰਹਿਤਨਾਮਾ ਹੁੰਦਾ, ਸੋਈ ਸਿੱਖ ਪ੍ਰਧਾਨ ਅਵਰ ਨਾ ਪਹੁਲ ਡੋਲੇ। ਪਰ ਇੱਕ ਰਹਿਤਨਾਮੇ 'ਚ ਉੱਥੇ ਵੀ ਆਉਂਦਾ ਹੈ, ਪਾਂਚ ਸਿੰਘ ਅੰਮ੍ਰਿਤ ਜੋ ਦੇਵੇਂ ਤਾਂ ਕੋ ਸਿਰ ਤਰ ਸ਼ੱਕ ਭੁੱਲ ਲੇਵੇ, ਪੁਨ ਸਿਲ ਪਾਂਚੋ ਰਹਿਤ ਜੋ ਭਾਖੇ ਤਾਂ ਕੋ ਦਿੜ ਕਰ ਮਨ ਮੈਂ ਰਾਖੇ। ਵੀ ਉਹ ਪੰਜੇ ਜਿਹੜੀ ਰਹਿਤ ਦੱਸਦੇ ਨੇ, ਉਹ ਰਹਿਤ ਨੂੰ ਪੱਕੀ ਦੇ ਕਰ ਲੈ। ਉੱਥੇ ਵੀ ਅੰਮ੍ਰਿਤ ਦਾ ਜ਼ਿਕਰ ਉਦੋਂ ਵੀ, ਇਹਦਾ ਮਤਲਬ ਰਹਿਤਨਾਮਿਆਂ ਦੇ ਸਮੇਂ ਵੀ ਇਹ ਸ਼ਬਦ ਜਿਹੜਾ ਸੀ ਗੁਰਬਾਣੀ ਦੇ ਵਿੱਚੋਂ, ਕਿਉਂਕਿ ਅੰਦਰਲੇ ਅੰਮ੍ਰਿਤ ਦੇ ਨਾਲ ਇਹਨੂੰ ਰਿਲੇਟ ਕੀਤਾ, ਕਿਤੇ ਉਦੋਂ ਵੀ ਇਹ ਪ੍ਰਚਲਿਤ ਜਿਹੜਾ ਅੰਮ੍ਰਿਤ ਸੀ, ਉਦੋਂ ਵੀ ਇਹ ਸ਼ਬਦ ਜਿਹੜਾ ਸੀ ਪ੍ਰਚਲਿਤ ਸੀ। ਇਸ ਢੰਗ ਦੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਖੰਡੇ ਬਾਟੇ ਦੀ ਪਹੁਲ ਵੀ ਜ਼ਰੂਰੀ ਹੈ, ਤੇ ਨਾਮ ਅੰਮ੍ਰਿਤ ਦੇ ਨਾਲ ਜੁੜਨਾ ਉਸ ਤੋਂ ਵੀ ਜ਼ਰੂਰੀ ਹੈ। ਖੰਡੇ ਬਾਟੇ ਦੀ ਪਹੁਲ ਦੀ ਕੋਈ ਵੈਲਿਊ ਨਹੀਂ ਜੇ ਅਸੀਂ ਗੁਰਮਤਿ ਦੀ ਰਹਿਣੀ ਸਹਿਣੀ ਬਹਿਣੀ ਵਿੱਚ ਆਪਣੇ ਆਪ ਨੂੰ ਨਹੀਂ ਢਾਲਦੇ। ਉਹ ਫਿਰ ਵਿਖਾਵਾ ਹੈ, ਉਹ ਫਿਰ ਕਰਮਕਾਂਡ ਹੈ। ਫਿਰ ਉਸ ਤੋਂ ਬਾਅਦ ਉਹਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਧਰਮ ਦੇ ਨਾਂ ਦੇ ਉੱਤੇ ਅਸੀਂ ਚੋਲਾ ਤਾਂ ਪਾ ਲਿਆ, ਲੇਕਿਨ ਧਰਮੀ ਨਾ ਬਣ ਸਕੇ। ਇਸ ਕਰਕੇ ਅੰਮ੍ਰਿਤ ਛਕ ਕੇ ਅੰਮ੍ਰਿਤ ਦੀ ਜ਼ਿੰਦਗੀ ਨੂੰ ਜਿਉਣਾ, ਜੋ ਜੀਵਨ ਗੁਰੂ ਪਾਤਸ਼ਾਹ ਨੇ ਦੱਸੀ ਹੈ, ਉਹ ਹੈ ਜਿਹੜਾ ਜਿਉਂਦਾ ਫਿਰ ਉਹ ਭਗਤਾਂ ਕੀ ਚਾਲ ਨਿਰਾਲੀ ਆ। ਉਹ ਫਿਰ ਚਾਲ ਨਿਰਾਲੀ ਨਾਲ ਜੀਵਨ ਜਿਉਂਦਾ ਹੈ ਉਹਦੇ, ਕਿਉਂਕਿ ਭਗਤਾਂ ਦੇ ਸੰਸਾਰੀਆਂ ਦਾ ਜੋੜ ਕਦੀ ਆਉਂਦਾ ਨਹੀਂ। ਭਗਤ ਆਪਣੀ ਗੁਰੂ ਦੀ ਦੱਸੀ ਮੁਤਾਬਕ ਵੱਲ ਚੱਲਦੇ ਨੇ, ਸੰਸਾਰੀ ਆਪਣੇ ਮਨ ਦੀ ਮਨ ਮੁਤਾਬਕ ਚੱਲਦੇ ਨੇ, ਜੋੜ ਕਦੇ ਬਣਦਾ ਨਹੀਂ। ਕਿਉਂਕਿ ਭਗਤ ਜਿਹੜੇ ਨੇ ਉਹ ਬੰਦਗੀ ਦੀ ਦਾਤ ਨਹੀਂ ਛੱਡਦੇ। ਤੇਰੀ ਭਗਤ ਨਾ ਛੋਡੂ ਭਾਵੇਂ ਲੋਕ ਹੱਸੇ, ਭਾਵੇਂ ਲੋਕ ਹੱਸਦੇ ਵੀ ਰਹਿਣ, ਲੇਕਿਨ ਉਹ ਭਗਤੀ ਨੂੰ ਨਹੀਂ ਛੱਡਦੇ। ਤੇਰੀ ਭਗਤ ਨਾ ਛੋਡੂ ਦੀ ਗੱਲ ਜਿਹੜੀ ਹੈ ਉਹ ਹੈ। ਇਸ ਕਰਕੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਇਹ ਭਾਵੇਂ ਮਾਰਗ ਔਖਾ ਹੈ,
ਭਾਵੇਂ ਮਾਰਗ ਕਠਿਨ ਹੈ, ਪਰ ਇਸ ਮਾਰਗ ਨੂੰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਨਾ ਅਸੀਂ ਪ੍ਰਾਪਤ ਕਰ ਸਕਦੇ ਹਾਂ, ਨਾ ਅਸੀਂ ਹਾਸਲ ਕਰ ਸਕਦੇ ਹਾਂ, ਨਾ ਇਸ ਮਾਰਗ ਤੇ ਅਸੀਂ ਚੱਲ ਸਕਦੇ। ਗੁਰੂ ਕਿਰਪਾ ਕਰੇ ਇਹ ਦ੍ਰਿੜਤਾ ਸਾਡੇ ਅੰਦਰ ਵੀ ਆਵੇ, ਖੰਡੇ ਬਾਟੇ ਦੀ ਪਹੁਲ ਲੈ ਕੇ ਅੰਦਰਲੇ ਨਾਮ ਅੰਮ੍ਰਿਤ ਨੂੰ ਅਸੀਂ ਜਪੀਏ ਤੇ ਉਹਦੇ ਮੁਤਾਬਕ ਆਪਣੀ ਜੀਵੀ ਜੀਏ, ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।